चंदन अरदास गुर हृदय त्यागो जी हृदय त्यागो। श्री गुरु रामदास गुण गावो। अर्जन विगणन के नाशक विगणन के नाशक। श्री हरि गोविंद शुभ सुमत प्रकाशक। श्री हरि राय नमो कर जोरी नमो कर जोरी। श्री हरि कृष्ण मनाए बहोरी। तेग बहादुर परम केर काला जी परम केर काला। श्री गुरु गोविंद सिंह विशाल करो तर तर। गुण गुण शीसा जी गुण गुण शीसा। तुम बार बार जगदीशा। जिसमें अमृत ज्ञान है मानक भगत वैराग। श्री गुरु ग्रंथ साहिब उदद अनुराग। एक ओंकार सतगुरु साध सच होए। वाहिगुरु जी की विघ्न विनाशन सोए। वाहिगुरु जी की फतेह है। विघ्न विनाशन सोए। सतनाम श्री वाहिगुरु साहिब जी दोहरा। मर्दन मन की मलिन को नित दर्शन अनुकूल। करण अमंगल सुख करण जय जय मंगल मूल। वाहिगुरु जी का खालसा वाहिगुरु जी की फतेह। जुगो जुग अटल चवर छत्र तख्त दे मालक जग दी जोत ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਗੁਰੂ ਸੰਗਤਾਂ ਦੂਰੋਂ ਨੇੜਿਓਂ ਪਹੁੰਚੇ ਹੋ। ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦੀ ਆਸ ਮੁਰਾਦ ਪੂਰੀ ਕਰਨ, ਧਰਮ ਘਰੋਂ ਨਾਮਦਾਨ ਮੁਕਤੀ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਆਓ ਸਾਧ ਸੰਗਤ ਜੀ। ਗੁਰੂ ਨਾਨਕ ਸਾਹਿਬ ਜੀ ਦੀ ਚੱਲ ਰਹੀ ਕਥਾ ਆਪ ਸੰਗਤਾਂ ਨੇ ਭਾਈ ਭਗੀਰਥ ਭਾਈ ਮਨਸੁਖ ਇਹ ਸਾਰਾ ਪ੍ਰਸੰਗ ਜਿਹੜਾ ਸੁਣਿਆ, ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਪਿਆਰ ਕਰਦੇ ਸਨ ਸਿੱਖ, ਵੀ ਜੋ ਗੁਰੂ ਨੇ ਹੁਕਮ ਕਰਤਾ ਸਿਰ ਤੇ ਲੈ ਗਿਆ ਪਰ ਹੁਕਮ ਨਹੀਂ ਮੋੜਿਆ। ਤੇ ਅੱਜ ਉਹਨਾਂ ਦੀ ਤੋਲ ਆਪਾਂ ਵੇਖੀਏ ਤੇ ਆਪਾਂ ਫੇਲ ਹੈ, ਦੇਖਦੇ ਪਰ ਗੁਰੂ ਪੂਰੀ ਨਹੀਂ ਹੁੰਦੀ। ਸਾਡੀ ਮਹਾਰਾਜ ਸੁਣਦਾ ਨਹੀਂ ਤੇ ਆਪਾਂ ਮਹਾਰਾਜ ਦੀ ਸੁਣਦੇ ਆ।
ਆਪਾਂ ਵੀ ਨਹੀਂ ਸੁਣਦੇ। ਉਹ ਕਹਿੰਦਾ ਫਿਰ ਤੁਸੀਂ ਨਹੀਂ ਸੁਣਦੇ ਤੇ ਮੈਂ ਵੀ ਨਹੀਂ ਸੁਣਦਾ। ਕਿਉਂਕਿ ਮਹਾਰਾਜ ਤੁਸੀਂ ਕੀ ਕਹਿੰਦੇ? ਮਹਾਰਾਜ ਕਹਿੰਦੇ ਸਾਖਤ ਸੰਗਤ ਨਹੀਂ ਕਰਨੀ। ਹਾਂਜੀ, ਗੁਰੂ ਕਹਿੰਦਾ ਸਾਖਤ ਸੰਗਤ, ਤੇ ਆਪਾਂ ਰਹਿੰਦੇ ਹੀ ਉੱਥੇ। ਤੋ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਜਦੋਂ ਦੁਨੀਆਦਾਰੀ 'ਚ ਵਿਆਹ ਸ਼ਾਦੀ 'ਚ ਜਾਂਦੇ ਹਾਂ ਤੇ ਔਖਾ ਹੀ ਆ, ਉੱਥੋਂ ਜੀਤ ਨਹੀਂ ਕਰਦਾ ਉਹਨੂੰ। ਤਕੜਿਆਂ ਹੋ ਕੇ ਆ ਨਿਕਲਿਆ ਜਾਵੇ। ਤੇ ਬਾਪੂ ਕਹਿੰਦਾ ਵੀ ਉੱਥੇ ਜਾਣਾ ਨਹੀਂ, ਇੱਥੇ ਆਉਣਾ ਹੈ। ਤੁਸੀਂ ਕਹਿੰਦੇ ਇੱਥੇ ਬਹਿਣਾ ਨਹੀਂ, ਅਸੀਂ ਰਹਿਣਾ ਹੀ ਉੱਥੇ ਆ। ਤੇ ਫਿਰ ਉਹ ਕਹਿੰਦਾ ਜੇ ਤੁਸੀਂ ਮੇਰੀ ਨਹੀਂ ਮੰਨਦੇ ਤੇ ਮੈਂ ਤੁਹਾਡੀ ਕਿਉਂ ਮੰਨਾਂ? ਗੁਰੂ ਸਾਹਿਬ ਕਹਿੰਦੇ ਤੂੰ ਸਵੇਰੇ 4 ਵਜੇ ਇਸ਼ਨਾਨ ਕਰਕੇ ਚੌਂਕੜਾ ਮਾਰਨਾ। ਮੈਂ ਆਖਿਆ ਮੈਂ ਨਹੀਂ ਮਾਰਨਾ, ਮੈਂ ਤੇ 9 ਵਜੇ ਉੱਠੂ। ਆਖੋ ਸਤਿਨਾਮ। ਤੇ ਇਹ ਚੀਜ਼ਾਂ ਨੂੰ ਤੁਸੀਂ ਆਪ ਸੋਚ ਕੇ ਵੇਖਿਓ ਵੀ ਆਪਾਂ ਕਿੰਨੇ ਕੁ % ਗੁਰੂ ਦੀ ਮੰਨਦੇ ਆ। ਗੁਰੂ ਕਹਿੰਦਾ ਕਿਸੇ ਦਾ ਦਿਲ ਨਾ ਦਿਖਾਈ, ਝੂਠ ਨਾ ਮਾਰੀ, ਕਿਸੇ ਦਾ ਹੱਕ ਨਾ ਖਾਈ। ਤੇ ਆਪਾਂ ਕੀ ਇਹ ਸਾਰਾ ਕੁਝ ਕੀਤਾ ਹੋਇਆ ਏ? ਜਿੱਦਣ ਇੰਨਾ ਕੁਝ ਕਰਕੇ ਫਿਰ ਕਹਿ ਦਿਓ ਵੀ ਗੁਰੂ ਸਾਹਿਬ ਸਾਡੀ ਅਰਦਾਸ ਨਹੀਂ ਸੁਣਦੇ, ਤੇ ਮੈਂ ਕਹਾਂਗਾ ਵੀ ਇਹ ਵਾਕਈ ਨਹੀਂ ਸੁਣਦੇ। ਕਹਿੰਦੇ ਉਹਦੇ ਦੇਣ 'ਚ ਕਮੀ ਨਹੀਂ, ਤੇਰੇ ਲੈਣ 'ਚ ਕਮੀ। ਮਿਟਾ ਦੇ ਆਪਣੀ ਹਸਤੀ ਕੋ ਅਗਰ ਕਸ਼ ਮਰਤਬਾ ਚਾहे, ਦਾਣਾ ਮਿੱਟੀ ਮੇ ਮਿਲ ਕਲ ਗੁਲੇ ਗੁਲਜ਼ਾਰ ਹੋਤਾ। ਕਹਿੰਦੇ ਦਾਣਾ ਜਿੰਨਾ ਚਿਰ ਗਲਦਾ ਨਹੀਂ ਉਨਾ ਚਿਰ ਬੂਟਾ ਨਹੀਂ ਉੱਗਦਾ। ਤੇ ਤੂੰ ਤਾਂ ਗੁਰੂ ਸਾਹਿਬ ਦੇ ਉੱਤੋਂ ਵਾਰ ਹੀ ਹੋ ਜਾ, ਵਾਰ ਨਹੀਂ ਤੂੰ ਭਾਗਾਂ ਵਾਲਿਓ। ਇਸ ਤਰ੍ਹਾਂ ਭਾਈ ਭਗੀਰਥ ਕਹਿੰਦਾ ਮੈਂ ਰਾਤ ਦੂਜੀ ਨਹੀਂ ਰਹਿਣਾ, ਮੇਰਾ ਗੁਰੂ ਵਿਸਰ ਜਾਵੇਗਾ। ਤੇ ਫਿਰ ਮਨਸੁਖ ਨੇ ਆਖਿਆ ਵੀ ਇੰਨਾ ਪਿਆਰ ਕਰਦਾ ਗੁਰੂ ਨੂੰ, ਇੱਕ ਰਾਂ ਗੁਰੂ ਤੇ ਵੇਖੀਏ। ਫਿਰ ਉਹਨੇ ਵੀ ਆਖਿਆ ਮੈਂ ਤਾਂ ਮੱਥਾ ਟੇਕੂ ਮੇਰਾ ਨਾਂ ਲੈ ਕੇ ਆਵਾਜ਼ ਮਾਰਨ। ਤੇ ਮਹਾਰਾਜ ਨੇ ਨਾਂ ਕੀ? ਮਹਾਰਾਜ ਨੇ ਤਾਂ ਅੱਗਾ ਪਿੱਛਾ ਸਾਰਾ ਹੀ ਫੋਲਤਾ, ਚਰਨਾਂ ਦੇ ਵਿੱਚ ਟੇਕ ਗਿਆ। ਮਹਾਰਾਜ ਸਾਹਿਬ ਕਹਿੰਦੇ 24 ਘੰਟਿਆਂ 'ਚ 2.5 ਘੰਟੇ ਬੰਦਗੀ ਨੂੰ ਦੇ ਦੇ, ਸੁਖੀ ਹੋ ਜਾਏਗਾ। ਇਹ ਸਾਰਾ ਪ੍ਰਸੰਗ ਪੂਰਾ ਹੋਇਆ ਸੀ। ਅਗਲਾ ਆਰੰਭ ਹੋਣਾ ਏ। ਆਓ ਚੱਲੀਏ ਅੱਗੇ। ਵਾਹਿਗੁਰੂ 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 ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਵਾਹਿਗੁਰੂ ਸਾਹਿਬ ਜੀ ਦੋਹਰਾ ਮਰਦਨ ਮਨ ਕੀ ਮਰਨ ਕੋ ਨਿਤ ਦਰਸ਼ਨ ਅਨੁਕੂਲ। ਕਹਿੰਦੇ ਸਤਿਗੁਰੂ ਸਾਡੀ ਮਨ ਦੀ ਮੈਲ ਦੂਰ ਕਰਨ ਵਾਲੇ, ਦਾਸਾਂ ਤੇ ਕਿਰਪਾ ਕਰਨ ਵਾਲੇ। ਹੁਣ ਸਾਧ ਸੰਗਤ ਜੀ ਮਨ ਦੀ ਮੈਲ ਹੈ ਕਿ ਮਨ ਵੀ ਮੈਲਾ ਹੈ। ਤੇ ਬਾਣੀ ਕਹਿੰਦੀ ਤਨ ਧੋਤੇ ਮਨ ਅਸ਼ਾਨਾ ਹੋਏ। ਹੁਣ ਤਨ ਨੂੰ ਤਾਂ ਸਾਬਣ ਲਾ ਲਾਂਗੇ, ਹੋਰ ਕਈ ਤਰ੍ਹਾਂ ਦੇ ਇਤਰ ਨੇ ਉਹ ਵਰਤ ਲਾਂਗੇ। ਤੋ ਗੁਰੂ ਪਾਤਸ਼ਾਹ ਕਹਿੰਦੇ ਤੇਰਾ ਮਨ ਬੜਾ ਗੰਦਾ ਹੈ, ਇਹਨੂੰ ਕਿੱਦਾਂ ਧੋਏਗਾ? ਤੋ ਇਸ ਕਰਕੇ ਮਨ ਧੋਣ ਦਾ ਇੱਕੋ ਤਰੀਕਾ ਮਹਾਰਾਜ ਕਹਿੰਦੇ ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ।
ਮਨ ਇੰਨਾ ਕੁ ਮੈਲਾ ਹੋ ਗਿਆ ਨਾ, 5 ਮਿੰਟ ਵੀ ਹਾਜ਼ਰ ਨਹੀਂ ਰਹਿੰਦਾ। ਮੈਨੂੰ 8 ਸਾਲ 9 ਹੋ ਗਏ ਨਿਤਨੇਮ ਕੰਠਾ, ਅੱਖਾਂ ਬੰਦ ਕਰਕੇ ਸ਼ੁਰੂ ਕਰ ਲਈਦਾ, ਪਰ ਮਨ ਨਹੀਂ ਵਿੱਚ ਖੜਾਉਂਦਾ। ਬਸ 1-2 ਪੰਕਤੀਆਂ ਪੜ੍ਹੀ ਦੀਆਂ, ਸੋਚਿਆ ਸੋਚਣਾ ਹੋਈ, ਫਿਰ ਇੱਦਾਂ ਦਾ ਗਵਾਚਦਾ ਨਾ, ਪਤਾ ਨਹੀਂ ਕਿੱਧਰ ਫਿਰ ਫੁਰ ਕੇ। ਦੇ ਉਦੋਂ ਆਉਂਦਾ ਜਦੋਂ ਕਹਿੰਦਾ ਪਵਨ ਗੁਰੂ ਪਾਣੀ ਪਿਤਾ। ਫਿਰ ਜਾਪ ਸਾਹਿਬ ਸ਼ੁਰੂ ਹੋ ਗਿਆ, 1-2 ਛੰਦ ਦੇ ਵਿੱਚ ਮਨ ਟਿਕਿਆ, ਫਿਰ ਦੌੜ ਗਿਆ। ਸਭ ਤੋਂ ਔਖਾ ਇਹਨੂੰ ਕਾਬੂ ਕਰਨਾ। ਕਈ ਮੰਨ ਲਾ ਆਪਾਂ ਹੁਣ ਇੱਥੇ ਸੰਗਤ 'ਚ ਬੈਠੇ ਆ, ਕਥਾ ਚੱਲਣ ਦੀ ਨਾ, ਤੇ ਮਨ ਜਿਹੜਾ ਇਹ ਪਤਾ ਨਹੀਂ ਕਿੱਥੇ ਪਹੁੰਚਿਆ ਹੋਣਾ। ਹੁਣ ਮੰਨ ਲਓ ਕਿਸੇ ਦੇ ਕੋਲ ਪੁੱਤਰ ਦੀ ਲੋੜ ਹੈ, ਉਹਦਾ ਮਨ ਪਹੁੰਚਿਆ ਨਾ, ਮੇਰਾ ਬੱਚਾ ਹੋਵੇ, ਮੈਂ ਖਿਡਾਵਾਂ, ਮੈਂ ਇੱਦਾਂ ਚੁੱਕਾਂ। ਕਿਸੇ ਨੇ ਬਾਹਰ ਜਾਣਾ, ਉਹ ਕਹਿੰਦਾ ਨਾ ਮੈਂ ਇੱਥੋਂ ਪਲੇਨ ਚੜ੍ਹੂ, ਮੈਨੂੰ ਅੱਗੋਂ ਲੈਣ ਆਉਣਗੇ, ਮੈਂ ਇੱਦਾਂ ਘੁੰਮੂ, ਉਹ ਕਿਤੇ ਪਹੁੰਚਿਆ ਫਿਰਦਾ। ਸੁਪਨੇ ਆ ਨਾ ਆਪਣੇ ਕੋਲੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਇਓ ਬੰਦਾ ਦੁਨੀ ਵਿੱਚ, ਕਹਿੰਦੇ ਏਡੀ ਵੱਡੀ ਪੰਡ ਸਿਰ ਤੇ ਆ, ਕਾਹਦੀ? ਆਸਾਂ ਦੀ। ਤੇ ਬਾਬਾ ਆਨੰਦ ਸਿੰਘ ਜੀ ਕੋਲ ਇੱਕ ਪ੍ਰੇਮੀ ਆਇਆ, ਕਹਿੰਦੇ ਜੀ ਦੁਖੀ ਬੜੇ ਆ, ਸੁੱਖ ਨਹੀਂ ਆਉਂਦਾ ਬਾਬਾ ਜੀ, ਬੜਾ ਕੁਝ ਆ। ਮਾਰੇ ਕਹਿੰਦੇ ਮਣਾ ਖੋਤਿਆ, ਆਵੇ ਹੇਠ ਆਵਾ ਤੇਰਾ ਮੁੱਕਣਾ ਨਹੀਂ, ਤੇ ਖਹਿੜਾ ਤੇਰਾ ਨਾ ਕੰਮ ਮੁੱਕਣੇ ਨਾ ਆਸਾਂ ਮੁੱਕਣੀਆਂ। ਹਾਂਜੀ, ਤੋ ਇਸ ਕਰਕੇ ਬਾਬੇ ਦੀ ਬਾਣੀ ਕਹਿੰਦੀ 1-2 ਨਹੀਂ, ਵੱਤ ਸੋਣੀ ਪੰਡ ਬੰਨ ਕੇ ਸਿਰ ਤੇ ਰੱਖੀ ਸਾਡੇ, ਕਾਹਦੀ? ਆਸਾਂ ਦੀ। ਇੱਕ ਆਸ ਰੱਬ ਪੂਰੀ ਕਰਦਾ, ਦੂਜੀ ਖੜੀ ਹੋ ਜਾਂਦੀ, ਦੂਜੀ ਪੂਰੀ ਕਰਦਾ, ਤੀਜੀ ਬਾਹਰ ਆ ਜਾਂਦੀ, ਤੀਜੀ ਪੂਰੀ ਕਰਦਾ, ਚੌਥੀ ਬਾਹਰ ਆ ਜਾਂਦੀ ਹੈ। ਆਪਾਂ ਕਹਿੰਦੇ ਨਾ ਬਾਬਾ ਇੱਕੋ ਚੀਜ਼ ਮੰਗਣੀ ਤੇ ਤੋਂ, ਕੁਛ ਮੁੜ ਕੇ ਨਹੀਂ ਮੰਗਦੇ, ਉਹਨੇ ਉਹ ਦੇ ਦੇਣੀ, ਤੂੰ ਫੇਰ ਆ ਜਾਣਾ ਕੋ ਸਤਨਾਮ। ਤੋ ਇਸ ਕਰਕੇ ਮਹਾਰਾਜ ਕਹਿੰਦੇ ਪੰਡ ਏਡੀ ਤਕੜੀ ਆਸਾਂ ਦੀ, ਆਇਓ ਬੰਦਾ ਦੁਨੀ ਵਿੱਚ ਵੱਤ ਸੋਹਣੀ। ਆਸਾਂ ਦੀ ਪੰਡ ਲੈ ਕੇ ਜਨਮ ਹੋਇਆ ਸਾਡਾ, ਤੇ ਸਾਰੀ ਜ਼ਿੰਦਗੀ ਆਸਾਂ ਨਹੀਂ ਪੂਰੀਆਂ ਹੋਈਆਂ। ਇਹਨਾਂ ਨੂੰ ਪੂਰੀਆਂ ਕਰਦਾ 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 ਆਪ ਹੀ। ਵੈਸੇ ਬੰਦਾ ਰਹਿੰਦਾ ਤੇ ਅਧੂਰਾ, ਪਰ ਲੋਕੀ ਕਿਤੇ ਫਲਾਣਾ ਪੂਰਾ ਹੋ ਗਿਆ। ਜਿਹੜਾ ਸਾਰੀ ਜ਼ਿੰਦਗੀ ਅਧੂਰਾ ਰਿਹਾ ਤੇ ਮੁੜ ਕੇ ਕਿਤੋਂ ਪੂਰਾ ਹੋ ਗਿਆ। ਕਿਉਂਕਿ ਅਸੀਂ ਮਰਨ ਸ਼ਬਦ ਤੋਂ ਡਰਦੇ ਹਾਂ, ਤਾਂ ਅਸੀਂ ਕਹਿੰਦਾ ਜੀ ਫਲਾਣਾ ਪੂਰਾ ਹੋ ਗਿਆ। ਪੂਰਾ ਇੱਕੋ ਹੀ ਹੈ, ਪੂਰਾ ਪ੍ਰਭ ਅਰਾਧਿਆ। ਇਸ ਕਰਕੇ ਮਹਾਰਾਜ ਜੀ ਮਨ ਦੀ ਮੈਲ ਸਾਫ਼ ਕਰ ਦਿੰਦੇ। ਜਿਹਦੀ ਮਨ ਦੀ ਮੈਲ ਸਾਫ਼ ਹੋ ਗਈ, ਮਨ ਜੀਤਾ, ਉਹਨਾਂ ਲੋਕਾਂ ਜੱਗ ਜਿੱਤ ਲਿਆ। ਤੇ ਪਰ ਛੇਤੀ ਕਿਤਿਆਂ ਨਹੀਂ ਸਾਫ਼ ਹੋਣੀ। ਭਾਵੇਂ ਆਪਾਂ ਚੱਲੇ ਆ ਆਨੰਦਪੁਰ, ਕਿੰਨੇ ਸਾਲ ਜਾਂਦੇ ਹੋਲੇ ਮਹੱਲੇ, ਤੇ ਇਹ ਅਜੇ ਥੋੜ੍ਹਾ ਗੱਲ ਬਣੀ ਆ। ਅਸਲ ਰੰਗ ਨਹੀਂ ਚੜਿਆ ਇਹਨੂੰ, ਜਿੱਦਣ ਚੜ ਗਿਆ ਤੇ ਫਿਰ ਆਨੰਦ ਆਵੇਗਾ। ਕਹਿੰਦੇ ਦੁੱਖਾਂ ਦਾ ਨਾਸ ਕਰਨ ਵਾਲੇ ਪ੍ਰਭੂ ਜੀ, ਖੁਸ਼ੀਆਂ ਦੇਣ ਵਾਲੇ ਪ੍ਰਭੂ ਜੀ, ਝੋਲੀਆਂ ਭਰਨ ਵਾਲੇ ਪ੍ਰਭੂ ਜੀ, ਮੇਰੀ ਨਮਸਕਾਰ ਹੈ ਤੈਨੂੰ। ਤੂੰ ਸਾਰਿਆਂ ਨੂੰ ਚਾਹਵੇਂ ਤੇ ਇੱਕ ਛਿਣ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਦੇ, ਤੂੰ ਚਾਹਵੇਂ ਤੇ ਇੱਕ ਖਿਣ ਵਿੱਚ ਝੋਲੀਆਂ ਭਾਰੀ ਦੇਣਾ ਏ, ਭਾਰੀ ਦੇਣਾ ਏ। ਬਹੁਤ ਵੱਡੀਆਂ ਬਖਸ਼ਿਸ਼ਾਂ ਹਨ ਤੇਰੇ ਘਰ ਵਿੱਚ। ਗੁਰੂ ਨਾਨਕ ਸਾਹਿਬ ਜੀ ਮੋਦੀ ਖਾਨੇ ਦੀ ਕਾਰ ਕਰਦੇ ਹੈ। ਬੜਾ ਲੰਮਾ ਸਮਾਂ ਮਾਰੇ ਸੱਚੇ ਪਾਤਸ਼ਾਹ ਜੀ ਨੇ ਕਾਰ ਕੀਤੀ। ਇਹਦੇ ਭਾਈ ਬਾਲਾ ਜੀ ਵੀ ਨਾਲ ਰਹੇ ਹੱਟੀ ਤੇ। ਆਖੋ ਧੰਨ ਭਾਈ, ਧੰਨ ਭਾਈ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਸਨ ਖਡੂਰ ਸਾਹਿਬ, ਕਹਿੰਦੇ ਭਾਈ ਬਾਲਾ ਤੂੰ ਧੰਨ ਹੈ, ਤੂੰ ਮੇਰੇ ਨਾਨਕ ਦੇ ਨਾਲ ਅੰਗ ਸੰਗ ਰਿਹਾ, ਤੂੰ ਮੇਰੇ ਨਾਨਕ ਦੇ ਦਰਸ਼ਨ ਵੀ ਕੀਤੇ, ਉਹਦਾ ਸਾਥ ਵੀ ਦਿੱਤਾ, ਤੂੰ ਬਹੁਤ ਧੰਨ ਹੈ, ਬਹੁਤ ਹੀ ਧੰਨ ਹੈ। ਸਾਧ ਸੰਗਤ ਜੀ, ਸਾਡਾ ਇਤਿਹਾਸ ਤੇ ਬਾਣੀ ਇੰਨਾ ਸਕੂਨ ਦਿੰਦੀ ਨਾ, ਜਿਹੜੇ ਖਰਬਾਂਪਤੀ ਲੋਕ ਵੀ ਨਾ, ਉਹ ਵੀ ਕਹਿੰਦੇ ਆ ਵੀ ਪਹਿਲੋਂ ਅਸੀਂ ਕਹਿੰਦੇ ਹੁੰਦੇ ਸੀ ਵੀ ਇਹ ਕੀ ਕਥਾ ਵਾ, ਕੀ ਬਾਣੀ ਗੁਰਦੁਆਰਾ, ਪਰ ਕਹਿੰਦੇ ਹੁਣ ਇਹ ਪੱਥਰ ਚੱਟ ਲਿਆ,
ਸਿਖਰ ਤੋਂ ਮੁੜ ਕੇ ਆਏ, ਹੁਣ ਪਤਾ ਲੱਗਾ ਵੀ ਇਹ ਜਿਹੜਾ ਗੁਰੂ ਦਾ ਇਤਿਹਾਸ ਹੈ ਅੰਦਰ ਨੂੰ ਸਕੂਨ ਦਿੰਦਾ। ਤੇ ਭੁੱਖਿਆ ਜੇ ਬੰਨਾ, ਕਹਿੰਦੇ ਪੰਡਾਂ ਬੰਨ ਲਾ ਪੁਰੀਆਂ ਦੀਆਂ, ਤੂੰ ਰੱਜਣਾ ਤਾਂ ਵੀ ਨਹੀਂ। ਤੇ ਜੇ ਅੱਜ ਇੱਕ ਲੂਣ ਨਾਲ ਫੁਲਕਾ ਛਕ ਕੇ ਘਸਿਆ ਜਿਹਾ ਸੂਟ ਪਾ ਕੇ ਬੋਰੀ ਤੇ ਬਹਿ ਕੇ ਆਨੰਦ ਲੈਂਦੇ ਆ ਤੇ ਇਹ ਨਜ਼ਾਰਾ ਹੀ ਵੱਖਰਾ। ਕਹਿੰਦੇ ਨਾ ਕੋਈ ਫਕੀਰ ਲੰਮੇ ਪਿਆ ਸੀ ਤੇ ਸਿਕੰਦਰ ਉਹਨੂੰ ਕਹਿੰਦਾ ਓਏ ਕੋਈ ਕੰਮ ਕਰ ਲਾ। ਉਹ ਕਹਿੰਦਾ ਕੰਮ ਕਰਕੇ ਕੀ ਹੋਊ? ਕਹਿੰਦਾ ਸੋਹਣੇ ਕੱਪੜੇ ਪਾਵੇਂਗਾ। ਕਹਿੰਦਾ ਸੋਹਣੇ ਕੱਪੜੇ ਪਾ ਕੇ ਕੀ ਹੋਊ? ਕਹਿੰਦਾ ਦੁਨੀਆ 'ਚ ਤੇਰਾ ਨਾਮ ਹੋਊ। ਕਹਿੰਦਾ ਦੁਨੀਆ 'ਚ ਨਾ ਹੋਊ ਫਿਰ ਕੀ ਹੋਊ? ਫਿਰ ਕਹਿੰਦੇ ਤੇਰਾ ਘਰ ਵਧੀਆ ਬਣੂ। ਕਹਿੰਦਾ ਫਿਰ ਕੀ ਹੋਊ? ਫਿਰ ਕਹਿੰਦਾ ਤੇਰਾ ਵਿਆਹ ਹੋਊਗਾ। ਕਹਿੰਦਾ ਫਿਰ ਕੀ ਹੋਊ? ਕਹਿੰਦੇ ਫਿਰ ਤੇਰੇ ਬੱਚੇ ਹੋਣਗੇ। ਕਹਿੰਦਾ ਫਿਰ ਕੀ ਹੋਊ? ਕਹਿੰਦੇ ਫਿਰ ਤੂੰ ਬੱਚਿਆਂ ਨੂੰ ਖਿਡਾਇਆ ਕਰੇਂਗਾ। ਕਹਿੰਦਾ ਫਿਰ ਕੀ ਹੋਊ? ਫਿਰ ਕਹਿੰਦੇ ਤੂੰ ਬੁੱਢਾ ਹੋ ਜਾਏਗਾ, ਤੇਰੇ ਪੋਤਰੇ ਹੋਣਗੇ। ਕਹਿੰਦਾ ਫਿਰ ਕੀ ਹੋਊ? ਕਹਿੰਦਾ ਫਿਰ ਤੂੰ ਪੋਤਰੇ ਖਿਡਾਇਆ ਕਰੇਂਗਾ ਤੇ ਫਿਰ ਸਾਰੇ ਪਾਸੇ ਤੈਨੂੰ ਪਿਆਰ ਸੁੱਖ ਮਿਲੂਗਾ। ਕਹਿੰਦਾ ਤੁਰ ਫਿਟੇ ਮੂੰਹ। ਕਹਿੰਦਾ ਇੰਨੇ ਵਕਤ ਕਰਕੇ ਤੇ ਫਿਰ ਪਤਾ ਨਹੀਂ ਸੁੱਖ ਆਉਣਾ ਕਿ ਨਹੀਂ ਆਉਣਾ। ਤੇ ਆਹ ਸੁੱਖ ਮਾੜਾ ਜਿਹੜਾ ਮੈਂ ਹੁਣ ਲੈਣ ਦਿਆਂ, ਜਾਂ ਭੱਜ ਇੱਥੋਂ। ਤੇ ਨਾਲ ਹੀ ਉਹਨੇ ਕਹਿਤਾ, ਕਹਿੰਦੇ ਸਿਕੰਦਰ ਕਿੱਥੇ ਚੱਲਿਆ? ਕਹਿੰਦਾ ਦੁਨੀਆ ਜਿੱਤਣ। ਸਿਕੰਦਰ ਬਾਦਸ਼ਾਹ ਕਹਿੰਦਾ ਦੁਨੀਆ ਜਿੱਤਣੀ ਸਾਰੀ। ਤੇ ਉਹ ਫਕੀਰ ਨੇ ਆਖਿਆ ਸੀ, ਕਹਿੰਦੇ ਜਾ ਜਿੱਤਦਾ ਰਹਿ ਜਾਏਗਾ, ਰਸਤੇ 'ਚ ਹੀ ਮੁੱਕ ਜਾਣਾ, ਤੈਨੂੰ ਸੁੱਖ ਨਹੀਂ ਆਉਣਾ। ਤੇ ਜਦੋਂ ਭਰੀ ਜਵਾਨੀ ਦੇ ਵਿੱਚ ਵਾਪਸ ਮੁੜਿਆ ਨਾ ਜਿੱਤ ਕੇ ਦੁਨੀਆ, ਰਸਤੇ 'ਚ ਇਹਨੂੰ ਕੋਈ ਰੋਗ ਲੱਗ ਗਿਆ। ਉਸ ਰੋਗ ਕਰਕੇ ਜਿੱਦਣ ਮਰਿਆ ਤੇ ਜਵਾਨੀ 'ਚ ਸੀ। ਤੇ ਇਹਦੇ ਬਾਬਤ ਲਿਖਿਆ ਇਹਦੀ ਮਾਂ ਬੜਾ ਪਿੱਟਦੀ ਸੀ, ਕਿਉਂਕਿ ਮਾਂ ਦੇ ਹੁੰਦਿਆਂ ਬੱਚਾ ਚੱਲ ਜਾਣਾ। ਤੋ ਕਹਿੰਦੇ ਸਿਕੰਦਰ ਦੀ ਮਾਂ ਇਕੱਠਿਆਂ ਕਰਦੀ ਵਿਹੜੇ ਨੂੰ, ਚਲੋ ਨੀ ਭੈਣੋ ਰੋਵਣ ਚੱਲੀਏ ਪੁੱਤ ਸਿਕੰਦਰ, ਰੱਬ ਵੀ ਭੈੜਾ ਕਹਿਰ ਕਰ ਗਿਆ, ਜਾੜ ਗਿਆ ਮੇਰੇ ਵਿਹੜੇ ਨੂੰ। ਕਬਰਾਂ ਦੇ ਵਿੱਚੋਂ ਆਵਾਜ਼ਾਂ ਆਈਆਂ, ਛੱਡ ਮਾਂ ਝਗੜੇ, ਇੱਥੇ ਕਈ ਸਿਕੰਦਰ ਤੁਰ ਗਏ, ਤੂੰ ਰੋਵੇਂ ਕਿਹੜੇ? ਤੇਰਾ ਪੁੱਤ ਕੱਲਾ ਕਿਤੇ? ਸਭ ਦੀ ਵਾਰੀ ਐ। ਇਸ ਕਰਕੇ ਸੰਗਤੇ ਸਕੂਨ ਆਉਂਦਾ। ਉਹ ਲੋਕ ਜਿਹੜੇ ਮੁਰਦਿਆਂ ਦੇ ਮੂੰਹ 'ਚੋਂ ਪੈਸੇ ਕਢਾਏ, ਬਾਦਸ਼ਾਹ ਰਹੇ, ਉਹ ਵੀ ਜਾਂਦੇ ਰੋਂਦੇ ਗਏ, ਆਪਾਂ ਤਾਂ ਕਰਮਾਂ ਵਾਲੇ ਆ। ਪ੍ਰਸ਼ਾਦਾ ਮਿਲਦਾ ਛੱਤ ਸਿਰ ਤੇ, ਮਹਾਰਾਜ ਦੀ ਗੋਦੀ ਮਿਲੀ, ਇਦੋਂ ਉੱਤੇ ਕੁਝ ਨਹੀਂ ਹੈਗਾ। ਜੇ ਸਗਲ ਦਵਾਰ ਕੋ ਛੱਡ ਕੇ ਗਏ ਹੋ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਦਾਸ ਤੁਹਾਰ। ਭਾਈ ਬਾਲਾ ਜੀ ਨੂੰ ਮਾਰੇ ਕਹਿੰਦੇ ਸੁਣਾ ਕਥਾ, ਭਾਈ ਬਾਲਾ ਤੂੰ ਮੇਰੇ ਨਾਨਕ ਦੇ ਅੰਗ ਸੰਗ ਹਈ। ਭਾਈ ਬਾਲਾ ਕਹਿੰਦਾ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇ ਹੱਥਾਂ 'ਚ ਤੱਕੜੀ ਹੈ। ਵੈਸੇ ਉਹ ਤੱਕੜੀ ਨਹੀਂ ਮਿਲੀ ਹੈ ਨਾ, ਉਹ ਤੱਕੜੀ ਨਹੀਂ ਮਿਲੀ। ਕਿ ਦਰਸ਼ਨ ਕੀਤੇ ਕਿਸੇ ਨੇ ਕਿਤੇ? ਮੈਂ ਤਾਂ ਨਹੀਂ ਕੀਤੇ। ਵੱਟੀ ਹੈਗੀ ਉੱਥੇ, ਪਰ ਉਹ ਤੱਕੜ ਨਹੀਂ ਹੈਗਾ। ਜਾਂ ਤੱਕ ਕਿਤੇ ਮੈਨੂੰ ਲੱਗਦਾ ਬਾਬੇ ਵੇਚ ਵੂਚ ਗਿਆ ਕੁਛ, ਕਿਉਂਕਿ ਇਹ ਵੀ ਨਹੀਂ ਨਾ ਛੱਡਦੇ ਪੁਰਾਣੀ ਚੀਜ਼ ਕੋਈ। ਜਰਮਨ, ਇਟਲੀ, ਫਰਾਂਸ ਵਿੱਚ ਨਾ ਹਜ਼ਾਰਾਂ ਸਾਲ ਪੁਰਾਣੀਆਂ ਚਰਚਾਂ ਗੋਰਿਆਂ ਨੇ ਲੈਮੀਨੇਸ਼ਨ ਕਰਕੇ ਆਪਣੇ ਮੁਰਸ਼ਦ ਦੀਆਂ ਯਾਦਾਂ ਬਚਾਈਆਂ। ਆਪਣੇ ਵਿੱਚ ਤੇ ਪੁਰਾਣੀ ਚੀਜ਼ ਜਿਹੜੀ ਇਤਿਹਾਸਕ ਹੁੰਦੀ ਉਹ ਤਾਂ ਲੱਭਦੀ ਕੋਈ ਨਹੀਂ। ਉੱਤੇ ਸੀਮੈਂਟ ਲਾ ਕੇ, ਪੱਥਰ ਲਾ ਕੇ, 450 ਫੁੱਟ ਸੀ ਬੁਰਜ ਜਿੱਥੇ ਮਾਤਾ ਗੁਜਰ ਕੌਰ ਬੈਠੀ ਸੀ। ਤੇ ਮੈਂ ਉਧਰ ਨੂੰ ਗਏ ਸੀ ਭੋਗ ਤੇ ਉੱਤੇ ਚੜ੍ਹ ਕੇ ਵੇਖਿਆ, ਮੇਰੇ ਖਿਆਲ 25-30 ਫੁੱਟ ਰਹਿ ਗਿਆ। 450 ਫੁੱਟ ਇਤਿਹਾਸ ਨੇ ਲਿਖਿਆ ਉੱਚਾ ਸੀ, ਤੇ ਇਸ ਵੇਲੇ ਉਹ 30-35 ਗਾ। ਬਾਕੀ ਕਿੱਥੇ ਆ? ਖੋਰ ਕੇ ਥੱਲੇ ਲੈ ਆਏ। ਤੋ ਇਸ ਕਰਕੇ ਸਾਰੇ ਪਾਸਿਓਂ ਸਿੱਖੀ ਨੂੰ ਮਾਰ ਪੈ ਰਹੀ। ਜਿਹੜੇ ਲੋਕ ਪੜ੍ਹੇ ਲਿਖੇ ਉਹ ਸਾਡੇ ਇਤਿਹਾਸ ਨੂੰ ਵੱਢੀ ਆਉਂਦੇ ਆ, ਤੇ ਜਿਹੜੇ ਅਨਪੜ੍ਹ ਉਹ ਝੱਗੀਆਂ ਪਾ ਕੇ ਸਾਡੇ ਇਤਿਹਾਸ ਨੂੰ ਕੱਟੀ ਆਉਂਦੇ ਆ। ਇਹ ਸਾਰੇ ਹੱਥ ਧੋ ਕੇ ਮਗਰ ਪੈ, ਛੱਡਣਾ ਕੁਝ ਨਹੀਂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਗੁਸਤਾਖੀ ਮਾਫ। ਕਹਿੰਦੇ ਭਾਈ ਬਾਲਾ ਜੀ ਕਹਿੰਦੇ ਮੇਰੇ ਨਾਨਕ ਦੇ ਹੱਥਾਂ 'ਚ ਤੱਕੜੀ ਹੈ। ਆਪਣ ਪੈ ਤਕਰੀ ਕਰ ਮੈਂ ਵਥ ਤੋਲਤ ਦੇਤ ਜਿਉ ਹੋਤ ਸਵਾਈ। ਕਹਿੰਦੇ ਛਾਬਾ ਇੱਦਾਂ ਭਰਦੇ ਬੋਰੀ ਦੇ ਵਿੱਚ, ਛਾਬਾ ਸਿੱਧਾ ਹੀ। ਇੱਕ ਤੇ ਹੁੰਦਾ ਨਾ ਕਿਸੇ ਚੀਜ਼ ਨਾਲ ਛਾਬੇ 'ਚ ਪਾਉਣਾ, ਇੱਕ ਛਾਬਾ ਸਿੱਧਾ ਹੀ ਬੋਰੀ 'ਚ ਖਿੱਚ ਕੇ ਤੇ ਕਹਿੰਦੇ ਸਵਾਇਆ ਜਿਹਾ ਕਰਕੇ, ਤੇ ਜਿਹੜਾ ਬਾਪੂ ਕਿਰਪੇ ਵਰਗਾ ਆਉਂਦਾ ਭਰ ਕੇ ਝੋਲੀਆਂ
तेरा तुझको सौंपते, तेरा तुझको सौंपते, तेरा तुझको सौंपते, तेरा तुझको सौंपते। क्या लागे मेरा, क्या लागे मेरा, क्या लागे मेरा, क्या लागे मेरा। तेरा तुझको सौंपते, तेरा तुझको सौंपते, तेरा तुझको सौंपते, तेरा तुझको सौंपते। ਮਹਾਰਾਜ ਤੇਰਾ ਤੇਰਾ ਕਰਕੇ ਭਾਈ ਬਾਲਾ ਕਹਿੰਦਾ ਗੋਰੇ ਗੋਰੇ ਹੱਥਾਂ ਨਾਲ ਮਹਾਰਾਜ ਦੇ ਹੱਥ ਬੜੇ ਸੁੰਦਰ ਹੈ, ਕਿਉਂਕਿ ਆਪਾਂ ਨੂੰ ਉਹਨੇ ਬਣਾਇਆ ਤੇ ਆਪਾਂ ਇੰਨੇ ਸੋਹਣੇ ਤੇ ਆਪ ਕਿੰਨਾ ਸੋਹਣਾ ਹੋਊਗਾ। ਗੁਰ ਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰਾ ਹਿਰਦੈ ਸੁਧ ਬੁਧ ਵਿਸਰ, ਸਭ ਆਸਾ ਚਿੰਤ ਵਿਸਾਰਿਆ। ਕਹਿੰਦੇ ਮੇਰੇ ਗੁਰੂ ਦੇ ਪਿਆਰ ਵਿੱਚ ਮੈਂ ਇੰਨਾ ਕੁ ਭਿੱਜ ਗਿਆ, ਸੁੱਧ ਬੁੱਧ ਹੀ ਭੁੱਲ ਗਈ। ਪਤਾ ਨਹੀਂ ਲੱਗਾ ਕਦੋਂ ਰਾਤ ਲੰਘ ਗਈ, ਸਵੇਰ ਚੜ ਗਈ, ਬੈਠਿਆ ਤੇ ਕਹਿੰਦੇ ਕੀ ਵੇਖਿਆ, ਗੁਰ ਸੁੰਦਰ। ਗੁਰੂ ਇੰਨਾ ਸੋਹਣਾ ਨਾ, ਵੈਸੇ ਵੀ ਇੱਥੇ ਕੋਈ ਮੱਥਾ ਟੇਕੇ ਨਾ ਕਈ ਬਹੁਤ ਸੋਹਣੇ ਆ, ਸੱਚੀ ਗੱਲ, ਆਪਾਂ ਇਹਨੂੰ ਗਲਤ ਨਾ ਲਿਜਾਇਓ। ਕਈਆਂ ਨੂੰ ਰੱਬ ਨੇ ਇੰਨੇ ਸੋਹਣੇ ਬਣਾਇਆ, ਹਰ ਬੰਦਾ ਉਹਦੇ ਚਿਹਰੇ ਵੱਲ ਵੇਂਦਾ, ਵੇਂਦਾ ਕਿ ਨਹੀਂ? ਪਰ ਇੱਧਰ ਧਿਆਨ ਦੇਣਾ, ਕਹਿੰਦੇ ਤੇਰਾ ਗੁਰੂ ਇੰਨਾ ਸੋਹਣਾ ਤੂੰ ਕਦੇ ਨਹੀਂ ਵੇਖਿਆ। ਕੋਈ ਇੱਥੇ ਸੰਗਤ 'ਚ ਸੋਹਣਾ ਆ ਜੇ ਜਵਾਨ ਤੇ ਸਾਰੇ ਬੰਦੇ ਵਾਰ-ਵਾਰ ਵੇਖਣਗੇ ਵੀ ਕਿੰਨਾ ਸੋਹਣਾ, ਪਰ ਬਾਣੀ ਕਹਿੰਦੀ ਗੁਰ ਸੁੰਦਰ ਮੋਹਨ ਪਾਏ ਕਰੇ। ਕਹਿੰਦੇ ਇੰਨਾ ਮੇਰਾ ਗੁਰੂ ਸੋਹਣਾ ਤੇ ਪਿਆਰਾ, ਮਨ ਨੂੰ ਮੋਹ ਕੇ ਲੈ ਗਿਆ ਤੇ ਮੈਂ ਉਹਦੇ ਪੈਰਾਂ ਦੇ ਵਿੱਚ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਜਦੋਂ ਕਹਿੰਦੇ ਉਹਦੇ ਚਰਨ ਫੜੇ ਤੇ ਉਹਨੇ ਮੈਨੂੰ ਪਿਆਰ ਦੀ ਬਾਣੀ ਸੁਣਾਈ, ਤੇ ਜਦੋਂ ਪਿਆਰ ਦੀ ਬਾਣੀ ਸੁਣਾਈ ਉਹਦੇ ਲਬਾਂ ਦੇ ਵਿੱਚੋਂ ਪਿਆਰ ਚੋਇਆ, ਕਹਿੰਦੇ ਸੁੱਧ ਬੁੱਧ ਭੁੱਲ ਗਈ, ਸੁੱਧ ਬੁੱਧ ਭੁੱਲ ਗਈ। ਉਹਦੇ ਬਣਾਏ ਜੀ ਧਰਤੀ ਤੇ ਕਈ ਇੰਨੇ ਸੁਨੱਖੇ ਤੇ ਇੰਨਾ ਮਿੱਠਾ ਬੋਲਦੇ, ਉਹ ਤਾਂ ਉਹਨਾਂ ਦੇ ਬੋਲਾਂ ਵੱਲ ਹੀ ਵੇਖੀਦਾ। ਆਪਾਂ ਕਹਿੰਦੇ ਫਲਾਣੇ ਦਾ ਬਹੂ ਬੇਟੀ ਰੱਬ ਨੇ ਰੱਜ ਕੇ ਗੁਣ ਪਾਏ। ਤੇ ਇਧਰ ਬਾਣੀ ਪ੍ਰਤੀ ਮਹਾਰਾਜ ਕਹਿੰਦੇ ਹਰ ਪ੍ਰੇਮ ਬਾਣੀ ਮਨ, ਕਹਿੰਦੇ ਜਦੋਂ ਗੁਰੂ ਨੇ ਪਿਆਰ ਕੀਤਾ ਤੇ ਮਨ ਮਾਰਿਆ ਗਿਆ। ਇਹ ਮਰਦਾ ਨਹੀਂ, ਵੈਸੇ ਬਹੁਤ ਤੇਜ਼ ਦੌੜਦਾ ਹੈ, ਐ ਚੱਕਰਵਿਊਹ ਵਾਂਗੂ ਫਿਰਦਾ। ਤੋ ਕਹਿੰਦੇ ਮਰ ਗਿਆ ਮਨ, ਤੇ ਫਿਰ ਕੀ ਹੋਇਆ, ਮੇਰਾ ਹਿਰਦਾ ਸੁੱਧ ਬੁੱਧ ਵਿਸਰ ਗਈ। ਕਹਿੰਦੇ ਪਤਾ ਨਹੀਂ ਮੈਨੂੰ ਮੈਂ ਕਿੱਥੇ ਬੈਠਾ ਕੀ ਕਰਦਾ, ਫਿਰ ਚੌਂਕੜੇ ਲਾਗੇ। ਕਹਿੰਦੇ ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰਾ ਹਿਰਦਾ ਸੁੱਧ ਬੁੱਧ ਵਿਸਰ ਗਈ, ਸਭ ਆਸਾ ਚਿੰਤ ਵਿਸਾਰਿਆ। ਦੋ ਚੀਜ਼ਾਂ ਬੰਦੇ ਨੂੰ ਰਵਾਉਂਦੀਆਂ ਜੇ, ਇੱਕ ਆਸਾਂ, ਇੱਕ ਚਿੰਤਾ। ਹੁਣ ਨਾ ਤੇ ਚਿੰਤਾ ਹੀ ਮੁੱਕਦੀ ਹੈ ਤੇ ਨਾ ਆਸਾਂ ਹੀ, ਤੇ ਜਿੰਨਾ ਚਿਰ ਆਸਾਂ ਤੁਹਾਡੀਆਂ ਵੀ ਆਹ ਕਰਨਾ ਇੱਥੇ ਇੱਦਾਂ ਮਾਰੇ, ਉਹਨਾਂ ਚਿਰ ਚਿੰਤਾ ਹੋਣੀ ਹੋਣੀ। ਹੁਣ ਇੱਥੇ ਕਈ ਸੰਗਤਾਂ ਅਰਦਾਸ ਕਰਾਉਂਦੀਆਂ ਰੋ ਪੈਂਦੇ। ਆ ਕੱਲ ਇੱਕ ਗੁੜੀਆ ਆਈ, ਉਹਦਾ ਪਰਿਵਾਰ ਬਾਹਰ, ਰਿਸ਼ਤੇ ਵਿਆਹ ਹੋਏ ਨੂੰ 4 ਸਾਲ, ਉਹ ਰੋਣ ਲੱਗ ਪਈ, ਉਹਨੂੰ ਚੁੱਪ ਕਰਾਇਆ, ਬੜਾ ਰੋਈ। ਇਸ ਕਰਕੇ ਜਦੋਂ ਆਸ ਹੁੰਦੀ ਉਦੋਂ ਚਿੰਤਾ ਹੋਣੀ ਹੈ, ਤੇ ਜਦੋਂ ਚਿੰਤਾ ਹੋਣੀ ਤੇ ਬੰਦੇ ਨੂੰ ਰਵਾਉਂਦੀ ਹੈ। ਪਰ ਗੁਰਬਾਣੀ ਕਹਿੰਦੀ ਜਿਹੜਾ ਫਿਰ ਭਿੱਜ ਜਾਂਦਾ, ਉਹਦੀਆਂ ਆਸਾਂ ਤੇ ਚਿੰਤਾ ਦੋਵੇਂ ਖਤਮ ਹੋ ਜਾਂਦੀਆਂ। ਇਹ ਦੋ ਚੀਜ਼ਾਂ ਹਰ ਬੰਦੇ ਨੂੰ ਤੰਗ ਕਰ ਰਹੀਆਂ ਇਸ ਵੇਲੇ, ਇੱਕ ਆਸ ਤੇ ਇੱਕ ਚਿੰਤਾ। ਤੇ ਜਦੋਂ ਆਸ ਰੱਖਾਂਗੇ, ਆਸ ਕੀ ਹੈ ਵੀ ਨਾਲ ਦੇ ਦੀ ਕੋਠੀ ਪੈ ਗਈ ਤੇ ਮੇਰੇ ਬਾਲੇ ਹੀ ਆ, ਤੇ ਆਸ ਬਣ ਗਈ ਵੀ ਮੈਂ ਵੀ ਪਾਉਣੀ, ਤੇ ਚਿੰਤਾ ਆਪੇ ਹੀ ਆ ਜਾਣੀ, ਕਿਹੜਾ ਲੈਣ ਜਾਣੀ ਹੈ। ਤੇ ਇਸ ਕਰਕੇ ਕਹਿੰਦੇ ਜਦੋਂ ਗੁਰੂ ਨੂੰ ਕੋਈ ਭੇਜ ਕੇ ਯਾਦ ਕਰਦਾ ਨਾ, ਉਹਦੀਆਂ ਆਸਾਂ ਤੇ ਚਿੰਤਾ ਮੁੱਕ ਜਾਂਦੀਆਂ ਹਨ। ਕੋਮਲ ਬੋਲਤ ਬੋਲੇ ਅਮੋਲਕ ਲੋਕਿਕ ਰੀਤ ਸਭੈ ਹਰਿ ਖਾਈ। ਕਹਿੰਦੇ ਸੋਹਣੇ ਹੱਥਾਂ ਨਾਲ ਤੱਕੜੀ ਫੜ ਕੇ ਮੇਰਾ ਨਾਨਕ ਸਵਾਇਆ ਸਵਾਇਆ ਗੱਫਾ ਦੇ ਰਿਹਾ। ਆ ਤੁਹਾਡੇ ਕਰਮ ਚੰਗੇ ਜਿਹੜੇ ਬੈਠੇ ਗੱਫਾ ਹੀ ਮਿਲ ਰਿਹਾ।
नहीं तो बंदा वेखो हस्पतालों कचहरियां थाणियां च बह जाता पर गुरु कोल नहीं बहिंदा, क्योंकि गुरु कोल बहना बड़ा औखा अजकल, जी नहीं करता बहन नूं, क्योंकि महाराज बिठाउंदे नहीं, कहंदे चल जा। तो इस करके गुरु साहब को जिहड़ा बहिंदा वो बख्शिया होया, बख्शिया होया। एक ना हुक्मी बख्शीश। हाँ तुहाडे ते बख्शिश आ, क्योंकि जपजी साहिब महाराज कहंदे जिहदे ते बख्शिश है वो टिकू, एक हुक्मी सदा भवाई है। कईयां नूं ते इदां दे चक्कर च पाया भी तुरे ही फिरो दिने रात, ते बाहर इदां ही है उत्थे पति आउंदा ते पत्नी काम ते चल जांदी, ਉਹ ਆਉਂਦੀ ਤੇ ਉਹ ਚੱਲ ਜਾਂਦਾ, ਆਪੇ ਰੋਟੀ ਪਾਣੀ ਲੀੜਾ ਲੱਤਾ ਕੋਈ ਮਤਲਬ ਨਹੀਂ, ਪੈਸਾ ਪੈਸਾ ਪੈਸਾ। ਉਧਰ ਇੱਕ ਕਹਿੰਦਾ ਇੱਥੇ ਚਲੋ ਗਰੀਬੀ ਪਰ ਪਿਆਰ ਤੇ ਹੈਗਾ, ਕਹਿੰਦੇ ਉੱਥੇ ਤਾਂ 15 ਦਿਨ ਇਹ ਵੀ ਨਹੀਂ ਪਤਾ ਲੱਗਦਾ ਵੀ ਘਰ ਵਾਲਾ ਘਰ ਦੀ ਹੈਗੇ ਕਿ ਨਹੀਂ ਹੈਗੇ। ਠੀਕ ਹੈ ਨਾ। ਹੁਣ ਜਿਹੜੇ ਆ ਮਾਂ ਪਿਓ ਜਾ ਕੇ ਆਉਂਦੇ ਉਹ ਕਹਿੰਦੇ ਨਾ ਵੀ ਸਾਨੂੰ ਬੱਚਾ ਫੜਾਤਾ। ਇੱਕ ਮੇਰੀ ਭੈਣ ਹੋ ਕੇ ਆਈ, ਕਹਿੰਦੀ ਮੈਂ ਆਪਣੀ ਬਹੂ ਨਾਲ ਲੜ ਪਈ ਵੀ ਤੇਰਾ ਭੋਰਾ ਜਿੰਨਾ ਬੇਟਾ 100 ਸੁਖਣਾ ਦਾ, ਇਹਨੂੰ ਤੇ ਪਤਾ ਹੀ ਨਹੀਂ ਲੱਗਦਾ ਮੇਰੀ ਮਾਂ ਆਉਂਦੀ ਕਦੋਂ ਤੇ ਜਾਂਦੀ ਕਦੋਂ, ਇਹ ਕਿੰਨੀਆਂ ਸੁਖਣਾ ਨਾਲ ਲਿਆਈ ਤੇ ਕਿਤੇ ਇਹਨੂੰ ਵੀ ਟਾਈਮ ਦੇ ਦਿਆ ਕਰ। ਕਹਿੰਦੇ ਮੌਮ ਇੱਥੇ ਤਾਂ ਇਦਾਂ ਹੀ ਚੱਲਦਾ। ਤੇ ਮੈਨੂੰ ਦੱਸੋ ਵੀ 35 ਸਾਲ ਤੇ ਉੱਥੇ ਜਾਂਦਿਆਂ ਹੋ ਗਏ, 35-30 ਹੋਰ ਆ, ਤੇ ਨਾ ਬੱਚਿਆਂ ਨੂੰ ਟਾਈਮ ਦੇ ਸਕੇ, ਨਾ ਭੈਣਾਂ ਭਰਾਵਾਂ ਨੂੰ ਟਾਈਮ ਦੇ ਸਕੇ, ਨਾ ਆਪਣੇ ਆਪ ਨੂੰ ਟਾਈਮ ਦੇ ਸਕੇ। ਪਿੱਛੇ ਬੈਂਕ 'ਚ ਬਣ ਗਿਆ ਕਰੋੜ ਤੇ ਉਧਰੋਂ ਨਿਬੜ ਗਿਆ ਕੰਮ। ਇੱਕ ਗੁੱਸਾ ਨਾ ਕਰ ਲਿਓ ਕੋਈ, ਇੱਕ ਆਪਣੇ ਆਪ ਸੋਚ ਕੇ ਵੇਖੋ ਵੀ ਨਿਰਾ ਪੈਸਾ ਹੀ ਸਭ ਕੁਝ। ਮਾਂ ਵੀ ਗਵਾਲੀ, ਇੱਥੇ ਸੀ ਮੁੱਕ ਗਈ, ਨਹੀਂ ਆਇਆ ਗਿਆ ਕਿਉਂਕਿ ਘਾਟਾ ਪੈ ਜਾਣਾ, ਤੇ 3 ਲੱਖ ਦੀ ਟਿਕਟ ਆ, ਉੱਥੇ ਵੀ ਮਹੀਨਾ ਮਰ ਜਾਣਾ। 6 ਲੱਖ ਕਹਿੰਦਾ ਚਲੋ ਮੈਂ ਪੈਸੇ ਭੇਜ ਦੇਣਾ, ਭੋਗ ਪਵਾ ਦਿਓ। ਮਾਂ ਵੀ ਗਈ, ਫਿਰ ਪਿਓ ਮੁੱਕ ਗਿਆ, ਕਹਿੰਦਾ ਮੇਰੇ ਤੋਂ ਸੌਰੀ ਆ ਨਹੀਂ ਹੋਣਾ, ਉਹ ਵੀ ਭੋਗ ਪਵਾ ਦਿਓ। ਤੇ ਇਹ ਕੀ ਕਿਹੜੇ ਪਾਸੇ ਅਸੀਂ ਅੱਜ ਲੱਗ ਤੁਰੇ ਐ। 60-70 ਸਾਲ ਉਮਰ ਹੈ, ਵਿੱਚੋਂ 50-60 ਤੇ ਇਕੱਠਾ ਕਰ ਕਰਕੇ ਤੇ ਦੇ ਕੇ ਕਿਹਨੂੰ ਜਾਣਾ। ਆਪਾਂ ਕਹਿ ਦਿੰਦੇ ਪੰਜਾਬ ਮਾੜਾ ਨਹੀਂ, ਰੋਟੀ ਤਾਂ ਸਾਰੇ ਖਾਂਦੇ, ਪਰ ਇੱਥੇ ਇੱਕ ਮੁਹੱਬਤ ਹੈ ਨਾ। ਮਾੜਾ ਜਿਹਾ ਦੁੱਖ ਆਉਂਦਾ ਸਾਰੇ ਜਾਣੇ ਲਾਗੇ ਇਕੱਠੇ ਹੋ ਜਾਂਦੇ। ਮਾਂ ਪਿਓ ਨੂੰ ਮਾੜਾ ਜਿਹਾ ਦੁੱਖ, ਮੁੰਡਾ ਗੱਡੀ 'ਚ ਬਿਠਾਉਂਦਾ, ਕੁਝ ਨਾ ਕੁਝ ਅਸੀਂ ਪਾਉਣ ਲਈ ਗਵਾ ਬਹੁਤ ਕੁਝ ਲਿਆ। ਗੁੱਸਾ ਨਾ ਕਰਿਓ, ਗਵਾਇਆ ਜ਼ਿਆਦਾ ਏ ਪਾਇਆ ਥੋੜਾ ਏ। ਸਾਡੇ ਦਾਦੇ ਬਾਬੇ ਵੀ ਤਾਂ ਰੋਟੀ ਖਾਂਦੇ ਸੀ, ਕੋਈ ਰੋਗ ਨਹੀਂ ਸੀ, ਉਹ ਵੀ ਤਾਂ ਜੀ ਕੇ ਗਏ ਕਿ ਅਸੀਂ ਵੱਖਰੀ ਜ਼ਿੰਦਗੀ ਜੀਣੀ ਹੈ। ਤੋ ਇਸ ਕਰਕੇ ਸਾਧ ਸੰਗਤ ਜੀ ਸਕੂਨ ਜਿੱਥੇ ਹੈ ਉਹ ਮੇਰੇ ਬਾਬੇ ਦੀ ਧਰਤੀ ਹੈ। ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਬਾਕੀ ਤੇ ਵੇਂਦਿਆਂ ਵੇਂਦਿਆਂ ਕਈ ਕੁਝ ਸਿੱਖ ਲਿਆ। ਮੇਰੀ 30 ਸਾਲ ਏਜ ਹੋ ਗਈ ਤੇ ਜਿੰਨਾ ਕੁ ਮੇਰਾ ਵਾਹ ਪਿਆ ਵੀ ਅੱਜ ਕੱਲ੍ਹ ਕਿਸੇ ਨੇ ਕੁਝ ਨਹੀਂ ਖੱਟਿਆ। ਸਭ ਆਪੋ ਆਪਣੇ ਧੰਦੇ 'ਚ ਫਸੇ, ਕੋਈ ਰਿਸ਼ਤਾ ਨਹੀਂ, ਕੋਈ ਬੱਚੇ ਨਾਲ ਪਿਆਰ ਨਹੀਂ, ਕੋਈ ਭੈਣ ਭਰਾ, ਕੋਈ ਗੁਰੂ ਨਾਲ ਪਿਆਰ ਨਹੀਂ, ਬਸ ਆਪਣੇ ਆਪ ਨਾਲ ਮਤਲਬ। ਤੇ ਕੀ ਲੈਣ ਆਏ ਮਾਰੇ, ਕਹਿੰਦੇ ਪ੍ਰਾਣੀ ਤੂੰ ਆਇਆ ਲੱਗਾ ਕਿਤ ਕੁਫਕੜੇ। ਤੇ ਬਾਬਾ ਫਰੀਦ ਕਹਿੰਦਾ 4 ਗਵਾਇਆ, 4 ਗਵਾਇਆ ਲੇਖਾ ਰੱਬ ਤੂੰ ਆਇਓ ਕਿਹੜੇ। ਕਹਿੰਦੇ ਜਿੱਦਣ ਰੱਬ ਦੇ ਘਰੇ ਗਿਆ ਤੈਨੂੰ ਕੁੱਟ ਪੈਣੀ। ਉਹਨੇ ਕਹਿਣਾ ਤੈਨੂੰ ਮੈਂ ਕਿਹੜੇ ਕੰਮ ਨੂੰ ਭੇਜਿਆ ਸੀ ਧਰਤੀ ਤੇ ਤੂੰ ਕੀ ਕਰਦਾ ਰਿਹਾ ਜਾ ਕੇ। ਤੋ ਇਸ ਕਰਕੇ ਅੱਜ ਗੁਰੂ ਸਾਹਿਬ ਜੀ ਦੁਕਾਨ ਤੇ ਬੈਠੇ ਸਵਾਇਆ ਸਵਾਇਆ ਗੱਫਾ ਦੇ ਰਹੇ ਹੈ। ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਕੋਮਲ ਬੋਲ ਬੋਲਦੇ ਐ, ਮਿੱਠੇ ਬੋਲ ਬੋਲਦੇ ਐ। ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ। ਹਰ ਸੱਜਣ ਸੁਆਮੀ ਮੋਰਾ, ਹਰ ਸੱਜਣ ਸੁਆਮੀ ਮੋਰਾ, ਹਰ ਸੱਜਣ ਸੁਆਮੀ ਮੋਰਾ, ਹਰ ਸੱਜਣ ਸੁਆਮੀ ਮੋਰਾ। ਮਿੱਠੇ ਮਿੱਠੇ ਬੋਲ ਬੋਲੀ ਜਾਂਦੇ ਆ ਤੇ ਸਵਾਇਆ ਸਵਾਇਆ ਤੋਲੀ ਜਾਂਦੇ ਹਨ। ਸੁਰਖਾ ਰਾਜਹ ਵੈਸ ਦੁਕਾਨ, ਗਿਆਨ ਬਾਸ ਜਿਵ ਭਗਤ ਮੈਂ। ਭਾਈ ਬਾਲਾ ਕਹਿੰਦੇ ਗੁਰੂ ਅੰਗਦ ਸਾਹਿਬ ਬਾਬਾ ਨਾਨਕ ਜੀ ਦੁਕਾਨ ਤੇ ਬੈਠੇ ਇਦਾਂ ਸੋਭਦੇ ਜਿਵੇਂ ਭਗਤੀ ਤੇ ਗਿਆਨ ਇਕੱਠੇ ਬੈਠੇ ਹੋਣ। ਪੈ ਬਿਨਾ ਭਗਤੀ ਨਹੀਂ, ਭਗਤੀ ਬਿਨਾ ਗਿਆਨ ਨਹੀਂ, ਗਿਆਨ ਬਿਨਾ ਮੁਕਤੀ ਨਹੀਂ, ਮੁਕਤੀ ਬਿਨਾ ਆਨੰਦ ਨਹੀਂ ਜਿਉਂਦਾ। ਇਹ 5-6 ਪੌੜੀਆਂ ਚੜ੍ਹਨੀਆਂ ਪੈਣੀਆਂ।
ਤੇ ਮਹਾਰਾਜ ਸਾਰਿਆਂ ਨੂੰ ਚੜਾ ਦਵੇ। ਕੀਰਤ ਜੌਨ ਸਮਾਨ ਪਰਮ ਪਾਵਨੀ ਜਗਤ ਮੈਂ। ਮਹਾਰਾਜ ਕਹਿੰਦੇ ਕਿਸੇ ਦਾ ਦਿਲ ਨਹੀਂ ਦਿਖਾਉਂਦੇ, ਬੜੇ ਹਸਮੁਖ ਜੇ ਚਿਹਰੇ ਨਾਲ ਸਾਰਿਆਂ ਦੀਆਂ ਝੋਲੀਆਂ। ਤੇ ਸੰਗਤੇ ਅੱਜ ਵੀ ਇਦਾਂ ਹੀ ਹੈ, ਕਿਸੇ ਦੇ ਘਰ 2 ਵਾਰੀ ਮੰਗਣ ਜਾਓ, ਅਗਲਾ ਕਹੂ ਤੂੰ ਰੋਜ਼ ਆਏ ਨਾ। ਇਹਦੇ ਘਰ ਸਵੇਰ ਤੋਂ ਸ਼ਾਮਾਂ ਤੱਕ ਪਤਾ ਨਹੀਂ ਕਿੰਨੇ ਕੁ ਆਏ, ਤੇ ਏਦਾਂ ਝੋਲੀਆਂ ਏਦਾਂ ਹੀ ਲੈ ਕੇ ਆਉਣੇ ਆਪਾਂ ਸਾਰੇ। ਪਰ ਇੰਨਾ ਕੁ ਦਿਆਲੂ ਹੈ, ਝੋਲੀ ਭਰੀ ਜਾਂਦਾ, ਪਰ ਕਦੇ ਨਹੀਂ ਕਹਿੰਦਾ ਤੁਸੀਂ ਰੋਜ਼ ਮੰਗਣ ਆ ਜਾਣਾ। ਦੱਦਾ ਦਾਤਾ ਇਹ ਦਿਆਲੂ ਹੈ, ਉਹ ਦਿੰਦਾ ਨਹੀਂ ਥੱਕਦਾ, ਤੇ ਆਪਾਂ ਲੈਂਦੇ ਥੱਕ ਜਾਂਦੇ ਆ। ਸੋ ਸਤਿਗੁਰੂ ਮਹਾਰਾਜ ਜੀ ਦੀ ਜਗਤ ਵਿੱਚ ਸ਼ੋਭਾ ਹੋ ਰਹੀ ਹੈ। ਦੇਵ ਕੋ ਜਨ ਮਾਨਵ ਜੇਕਰ ਸੰਗਤ ਕੋਮਲ ਬੋਲ ਸੁਣੈ। ਕਹਿੰਦੇ ਜਿਹੜੇ ਮਹਾਰਾਜ ਦੇ ਭੇਦ ਨੂੰ ਸਮਝ ਗਏ ਸੁਲਤਾਨਪੁਰ, ਉਹ ਫਿਰ ਮਹਾਰਾਜ ਦੇ ਕੋਲ ਆ ਕੇ ਤੇ ਦਰਸ਼ਨ ਕਰਦੇ ਐ, ਸੰਗਤ ਕਰਨ ਲੱਗ ਪਏ। ਕਿਉਂਕਿ ਜਗਿਆਸੂ ਉਹ ਹੈ ਜਿਹਨੂੰ ਪਤਾ ਲੱਗ ਗਿਆ ਗੁਰਬਾਣੀ ਇਸ ਜੱਗ ਮੈਂ ਚਾਨਣ ਹੈ। ਗੁਰਬਾਣੀ ਉਹ ਦਿਖਾ ਰਹੀ ਹੈ ਤੈਨੂੰ ਵੀ ਤੂੰ ਕੌਣ ਹੈ, ਤੇਰੀ ਉਮਰ ਕਿੰਨੀ ਕੁ ਰਹਿ ਗਈ ਹੈ, ਤੇ ਤੇਰਾ ਕੀ ਬਣੂਗਾ। ਜਿਹਨੂੰ ਤਾਂ ਸਮਝ ਆ ਗਈ ਉਹ ਤੇ ਬਈ ਬਹਿ ਗਿਆ, ਤੇ ਜਿਹਨੂੰ ਨਾ ਸਮਝ ਆਈ ਉਹਦੇ ਭਾਦਾ ਤੇ ਉਹਨੇ ਕਹਿਣਾ ਬਾਬੇ ਲੱਗੀ ਚਲੋ ਚਲੀ। ਮਾਰੇ ਕਹਿੰਦੇ ਮਨ ਜਾਗੈ ਕੀ ਹੈ ਨਿਸ਼ਾਨੀ, ਜੋ ਪ੍ਰੇਮਾਨੇ ਪ੍ਰਭ ਗੁਰਬਾਨੀ। ਜਿਹਨੂੰ ਬਾਣੀ ਦੀ ਅਰਥ ਪਤਾ ਲੱਗਣ ਲੱਗ ਪੈਂਦੇ ਫਿਰ ਉਹਨੂੰ ਚਾਨਣ ਹੋ ਜਾਂਦਾ, ਤੇ ਜਿਨ੍ਹਾਂ ਨੂੰ ਚਾਨਣ ਹੋ ਜਾਂਦਾ ਫਿਰ ਉਹਨਾਂ ਨੂੰ ਦੁਨਿਆਵੀ ਦੁਨੀਆ ਤੋਂ ਖਹਿੜਾ ਛੁੱਟ ਜਾਂਦਾ। ਕਹਿੰਦੇ ਕਈ ਸੌਦਾ ਲੈਣ ਨਹੀਂ ਆਉਂਦੇ। ਭਾਈ ਬਾਲਾ ਕਹਿੰਦੇ ਤੂੰ ਮਾਰੇ ਹੱਟੀ ਤੇ ਬੈਠੇ ਤੇ ਕਈ ਸੌਦਾ ਲੈਣ ਨਹੀਂ ਆਉਂਦੇ, ਤੇ ਉਦਾਂ ਹੀ ਦਰਸ਼ਨ ਕਰਦੇ। ਤੇ ਫਿਰ ਮੈਂ ਪੁੱਛ ਲੈਣਾ ਵੀ ਤੁਸੀਂ ਸੌਦਾ ਤੇ ਕੋਈ ਲੈਂਦੇ ਨਹੀਂ, ਤੇ ਸਾਰਾ ਦਿਨ ਹੱਟੀ ਦੇ ਮੂਹਰੇ ਕੀ ਕਰਦੇ ਐ। ਉਹ ਕਹਿੰਦੇ ਭਾਈ ਬਾਲਾ ਪਤਾ ਨਹੀਂ ਇਸ ਪੁਰਖ ਦੇ ਚਿਹਰੇ 'ਚ ਕੀ ਹੈ। ਕਹਿੰਦੇ ਇਹਦਾ ਚਿਹਰਾ ਵੇਖ ਕੇ ਤੇ ਸੋਚਾਂ ਹੀ ਮੁੱਕ ਜਾਂਦੀਆਂ, ਦੁੱਖ ਹੀ ਖਤਮ ਹੁੰਦੇ, ਸਕੂਨ ਆਉਂਦਾ ਏ। ਇਸ ਕਰਕੇ ਜੀ ਕਰਦਾ ਦਰਸ਼ਨ ਦੇਖ ਪੂਰਨ ਦਰਸ਼ਨ ਪਿਆਸੀ ਚਿਤਵੋ ਅਣਦਿਨ ਖੋਲ ਕਪਟ ਗੁਰ ਮਿਲਿਆ। ਕਹਿੰਦੇ ਮਹਾਰਾਜ ਦੇ ਦਰਸ਼ਨ ਕਰਕੇ ਸਕੂਨ ਆ ਜਾਂਦਾ। ਹੁਣ ਤੁਸੀਂ ਇੱਥੋਂ ਅੰਦਰ ਆਏ ਆ, ਨਹੀਂ ਬਾਣੀ ਆਉਂਦੀ, ਨਹੀਂ ਕਥਾ, ਕੁਛ ਨਹੀਂ ਆਉਂਦਾ, ਅਨਪੜ੍ਹ ਵੀ ਬੰਦਾ ਉਹ ਵੀ ਜਦੋਂ ਇੱਦਾਂ ਹੱਥ ਜੋੜਦਾ ਤੇ ਉਹਨੂੰ ਫਿਰ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ। ਭਾਈ ਵੀਰ ਸਿੰਘ ਦਾ ਇੱਕ ਸਵਾਲ ਸੀ, ਕਹਿੰਦੇ ਉਹਨਾਂ ਨੇ ਇੱਕ ਪੁੱਛਿਆ ਕਿਸੇ ਨੂੰ, ਕਹਿੰਦੇ ਵੀ ਜਦੋਂ ਕੋਈ ਵੀ ਮੱਥਾ ਟੇਕਦਾ ਬੱਚਾ ਬੁੱਢਾ ਜਵਾਨ, ਤੇ ਘਰੋਂ ਆਪਾਂ ਕੀ ਕਹੀਦਾ ਵੀ ਅਸੀਂ ਦਰਸ਼ਨ ਕਰਨ ਚੱਲੇ ਆ। ਉਹ ਕਹਿੰਦੇ ਹੈਰਾਨੀ ਇਸ ਗੱਲ ਦੀ, ਇੰਨੀ ਦੂਰੋਂ ਦਰਸ਼ਨ ਕਰਨ ਆਉਂਦਾ, ਜਦੋਂ ਗੁਰੂ ਦੇ ਸਾਹਮਣੇ ਆਉਂਦਾ ਨਾ ਅੱਖਾਂ ਬੰਦ ਕਰ ਲੈਂਦਾ। ਏਦਾਂ ਹੀ ਕਰਦੇ ਨਾ ਆਪਾਂ, ਜਿੰਨੇ ਜਾਣੇ ਮੱਥਾ ਟੇਕਦੀ ਤੇ ਮੱਥਾ ਟੇਕਦਾ ਏਦਾਂ ਕਰੀਦਾ। ਉਹ ਕਹਿੰਦੇ ਇਹਦਾ ਕਾਰਨ ਕੀ, ਵੀ ਉੱਥੋਂ ਆਏ ਇੱਥੇ ਖਲੋ ਕੇ ਤੇ ਦਰਸ਼ਨ ਕਰਨੇ, ਤੇ ਆਪਾਂ ਸਾਹਮਣੇ ਹੋ ਕੇ ਤੇ ਅੱਖਾਂ ਮੀਟੀ ਦੀਆਂ। ਬੜੀ ਵੱਡਾ ਰਾਜ ਹੈ, ਵੱਡੇ ਨਹੀਂ ਨਿੱਕੇ ਬੱਚੇ ਨੂੰ ਵੇਖਿਓ, ਉਹ ਵੀ ਆਊਗਾ ਤੇ ਮਾਂ ਦੇ ਲਾਗੇ ਖੜੋ ਕੇ ਏਦਾਂ ਕਰਕੇ, ਤੇ ਏਦਾਂ ਕਰਦੇ ਅੱਖਾਂ ਬੰਦ ਆਪੇ ਹੋ ਜਾਂਦੀਆਂ, ਸਾਰਿਆਂ ਦੀਆਂ ਹੁੰਦੀਆਂ ਏਦਾਂ। ਇਹ ਕਿਉਂ ਹੁੰਦੀਆਂ? ਦਰਸ਼ਨ ਕਰਨ ਆਏ, ਖੁੱਲ੍ਹਦੀਆਂ ਕਿਉਂ ਨਹੀਂ? ਭਾਈ ਸਾਹਿਬ ਜੀ ਕਹਿੰਦੇ ਇਹਦਾ ਕਾਰਨ ਇਹ ਹੈ ਵੀ ਰੱਬ ਤੇਰੇ ਅੰਦਰ ਹੈ, ਅੰਦਰ ਦੀ ਖੇਡ ਹੈ ਸਾਰੀ ਇਹ। ਤੇ ਲੜਾਈਆਂ ਗੁਰਦੁਆਰੇ ਮਸੀਤਾਂ ਮੰਦਿਰਾਂ ਤੇ ਬੁਰੇ ਹਾਲ ਕੀਤਾ ਪਿਆ, ਬੰਦੇ ਖੋਜ ਭਾਈ ਸਾਹਿਬ ਕਹਿੰਦੇ ਏਦਾਂ ਕਾਹਤੋਂ ਕਰਦੇ? ਸਾਰੇ ਲਾਗੇ ਆ ਕੇ ਅੱਖਾਂ ਮੀਟ ਲੈਂਦੇ। ਉਹਦਾ ਕਾਰਨ ਉਹ ਕਹਿੰਦੇ ਨੈਣਾ ਦੇ ਵਿੱਚ ਸੱਜਣ ਵਸਾਇਆ, ਜਾ ਅੰਦਰ ਨੂੰ ਅੰਦਰ ਧਸਿਆ, ਰੇਜੇ ਵਸਿਆ, ਜਾ ਡੁਗਾਣੀ ਫਸਿਆ, ਅੱਖਾਂ ਮੀਟਾਂ ਤਾਂ ਅੰਦਰੋਂ ਦੀਦਾ, ਖੋਲਾਂ ਬਾਹਰ ਦਿਸੰਦਾ, ਜਿਸ ਵੱਲ ਵੀ ਮੈਂ ਤੱਕਦਾ ਪਿਆਰੇ ਮੈਨੂੰ ਤੂੰ ਪਿਆ। ਅੱਖਾਂ ਮੀਟਣ ਦਾ ਕਾਰਨ ਕੋਈ ਜਾਣ ਕੇ ਨਹੀਂ ਮੀਟਦਾ, ਆਪੇ ਮਿਟ ਜਾਂਦੀਆਂ। ਉਹ ਇੱਕ ਬਹੁਤ ਵੱਡੀ ਜਾਂਚ ਹੈ ਵੀ ਜਿਹਨੂੰ ਤੂੰ ਮਿਲਣ ਆਇਆ ਨਾ ਤੇਰੇ ਅੰਦਰ ਹੈ। ਕਹਿੰਦੇ ਇੱਕ ਨਾ ਜਵਾਰੀ ਦੇ ਘਰ ਚੋਰ ਆ ਗਿਆ, ਚੋਰ ਆ ਗਿਆ ਤੇ ਉਹਦੇ ਕੋਲ ਹੀਰਾ ਸੀ ਕਰੋੜਾਂ ਦਾ। ਉਹਨੂੰ ਪਤਾ ਸੀ ਵੀ ਇਹਦੀ ਕੀਮਤ ਬੜੀ, ਕੋਈ ਖਰੀਦ ਨਹੀਂ ਰਿਹਾ। ਚੋਰ ਨੇ ਆਖਿਆ ਵੀ ਰਾਤ ਨੂੰ ਜਦੋਂ ਸੌਂ ਗਿਆ ਨਾ ਲਾਲਾ ਆਪਾਂ ਚੋਰੀ ਕਰ ਲੈਣੀ। ਉਹਨੇ ਪ੍ਰਸ਼ਾਦਾ ਪਾਣੀ ਛਕਾਇਆ ਤੇ ਚੋਰ ਨੂੰ ਲਾਗੇ ਮੰਜੇ ਤੇ ਪਾ ਲਿਆ। ਤੇ ਜਦੋਂ ਚੋਰ ਦੀ ਅੱਖ ਲੱਗੀ ਤੇ ਲਾਲਾ ਹੌਲੀ ਜਿਹੀ ਉੱਠਿਆ, ਤੇ ਉਹਨੇ ਉਹ ਜਿਹੜਾ ਹੀਰਾ ਸੀ ਨਾ ਚੋਰ ਦੇ ਝੱਗੇ ਦੇ ਵਿੱਚ ਪਾਤਾ, ਜੇਬ 'ਚ, ਗਰਮੀ ਸੀ।
ਤੇ ਆਪ ਸੌਂ ਗਿਆ। ਤੇ ਜਦੋਂ ਚੋਰ ਨੇ ਵੇਖਿਆ ਵੀ ਟਿਕ ਗਿਆ ਤੇ ਉਹਨੇ ਉੱਠ ਕੇ ਉਹਦਾ ਸਾਰਾ ਗੱਲਾ ਜੋ ਸਾਰਾ ਕੁਝ ਫੋਲ ਮਾਰਿਆ ਤੇ ਉਹਨੂੰ ਲੱਭਾ ਨਾ। ਤੇ ਉਹ ਫੇਰ ਆ ਕੇ ਸੌਂ ਗਿਆ। ਸਵੇਰੇ ਲਾਲਾ ਫੇਰ ਉੱਠਿਆ, ਨਿਹੌਲੀ ਜੀ ਉਹਦੇ ਚੋਂ ਕੱਢ ਕੇ ਆਪਣੇ ਚ ਪਾ ਲਿਆ। ਉਹ ਜਦੋਂ ਦਿਨੇ ਫੇਰ ਲੋਕੀ ਵੇਖਣ ਆਉਣ ਜਿਹੜੇ ਲੋਕ ਆਸ਼ਿਕ ਸੀ ਤੇ ਉਹਨੇ ਸਾਹਮਣੇ ਵਿਖਾਇਆ ਤੇ ਚੋਰ ਕਹਿੰਦਾ ਵੀ ਥਾਂ ਕੋਈ ਛੱਡੀ ਨਹੀਂ, ਇਹ ਰੱਖਿਆ ਕਿੱਥੇ ਹੈ। ਉਸ ਵੇਲੇ ਫੇਰ ਰਾਤ ਪਈ। ਇਹ ਗੱਲ ਨੂੰ ਸਮਝ ਦਿਓ ਵੀ ਜਿਸ ਆਨੰਦ ਨੂੰ ਅਸੀਂ ਲੱਭਦੇ ਫਿਰਦੇ ਆ ਨਾ, ਚਲੋ ਦਰਸ਼ਨ ਕਰਨੇ ਜ਼ਰੂਰੀ, ਹਜੂਰ ਸਾਹਿਬ ਆਨੰਦਪੁਰ ਹਰਿਮੰਦਰ ਸਾਹਿਬ, ਕਿਤੇ ਅਸਲ ਵਿੱਚ ਉਹ ਆਨੰਦ ਕਿਤੇ ਗਵਾਚਿਆ ਨਹੀਂ ਤੁਹਾਡੇ ਕੋਲ, ਆਪਾਂ ਥੋੜੇ ਜਿਹੇ ਭੁੱਲ ਚੁੱਕੇ ਆ। ਉਹ ਕਹਿੰਦੇ ਫੇਰ ਸੁੱਤਾ ਤੇ ਉਹਨੇ ਹੌਲੀ ਜੀ ਫੇਰ ਉਹਦੇ ਕੁੜਤੇ 'ਚ ਪਾਤਾ। 4-5 ਦਿਨ ਇਦਾਂ ਹੀ ਖੇਡ ਚੱਲਦੀ ਰਹੀ। 6ਵੇਂ ਦਿਨ ਉਹ ਚੋਰ ਕਲਪ ਗਿਆ। ਕਹਿੰਦਾ ਮੈਨੂੰ ਦੱਸ, ਮੈਂ ਤੇਰੀ ਜਾਨ ਲੈ ਲੈਣੀ, ਮੈਂ ਕੋਈ ਵੀ ਤੇਰੀ ਜਗ੍ਹਾ ਨਹੀਂ ਛੱਡੀ। ਇਹਨੂੰ ਲੁਕਾਉਣਾ ਕਿੱਥੇ ਆ, ਲੁਕਾਉਣਾ ਕਿੱਥੇ ਇਹਨੂੰ। ਕਹਿਣ ਲੱਗਾ ਚੱਲ ਅੱਜ ਰਾਤ ਨੂੰ ਦੱਸੀ। ਜਦੋਂ ਸੌਂ ਗਿਆ ਉਹਨੇ ਫੇਰ ਉਹਦੀ ਜੇਬ 'ਚ ਪਾਇਆ। ਕਹਿੰਦਾ ਲੱਭ ਹੁਣ, ਸਾਰੇ ਜਗ੍ਹਾ ਲੱਭ ਲੂ ਕੇ। ਕਹਿੰਦਾ ਕਿੱਥੇ ਹੈ, ਕਹਿੰਦਾ ਆਪਣੇ ਝੱਗੇ ਦੀ ਜੇਬ ਵੇਖ। ਜਦੋਂ ਵਿੱਚ ਹੱਥ ਮਾਰਿਆ ਤੇ ਨਿਕਲ ਆਇਆ। ਕਹਿੰਦਾ ਇਹ ਕੀ, ਕਹਿੰਦਾ ਬਸ ਰੋਜ਼ ਮੈਂ ਇੱਥੇ ਰੱਖਦਾ ਸੀ, ਪਰ ਕਾਰਨ ਇਹ ਹੈ ਵੀ ਸਾਡੀਆਂ ਅੱਖਾਂ ਸਾਰਿਆਂ ਦਾ ਚਿਹਰਾ ਵੇਖ ਲੈਂਦੀਆਂ, ਆਪਣਾ ਨਹੀਂ ਵੇਖ ਸਕਦੀਆਂ। ਆਪਣਾ ਚਿਹਰਾ ਵੇਖਣ ਲਈ ਕੋਈ ਦੂਜਾ ਚਾਹੀਦਾ, ਸੀਸਾ। ਤੇ ਜਦੋਂ ਸੀਸੇ ਵਿੱਚ ਵੇਖਾਂਗੇ ਤੇ ਫਿਰ ਸ਼ਕਲ ਦਿਸੂ। ਤੇ ਭਾਈ ਸਾਹਿਬ ਸਿੰਘ ਨੇ ਅਰਥ ਕੀਤੇ, ਗੁਰਬਾਣੀ ਪਾਠ ਦਰਪਣ। ਦਰਪਣ ਕਹਿੰਦੇ ਸੀਸੇ ਨੂੰ, ਕਹਿੰਦੇ ਗੁਰੂ ਗ੍ਰੰਥ ਸਾਹਿਬ ਉਹ ਸੀਸਾ ਏ ਜਦੋਂ ਇਹਦੇ ਸਾਹਮਣੇ ਆ ਕੇ ਬੰਦਾ ਖੜੋਂਦਾ ਤੇ ਬੰਦੇ ਨੂੰ ਆਪਣਾ ਸਾਰਾ ਕੁਝ ਨਜ਼ਰ ਆਉਂਦਾ ਵੀ ਮੈਂ ਜਨਮ ਤੋਂ ਲੈ ਕੇ ਅੱਜ ਤੱਕ ਕੀ ਕੀ ਕਰਤੂਤਾਂ ਕੀਤੀਆਂ। ਇਹ ਗੁਰਬਾਣੀ ਦੇ ਸਾਹਮਣੇ ਸਾਰਾ ਚਿੱਠਾ ਨਜ਼ਰ ਆ ਜਾਂਦਾ। ਇਸ ਕਰਕੇ ਸਾਧ ਸੰਗਤ ਜੀ ਆਪਣੇ ਅੰਦਰ ਹੈ, ਸਭ ਕੁਝ ਅੰਦਰ ਹੈ, ਬਸ ਅੰਦਰ ਨੂੰ ਸੁਧਾਰਨ ਵਾਸਤੇ ਹੀ ਪਾਠ, ਯਾਤਰਾ, ਸਿਮਰਨ, ਬੰਦਗੀ, ਵੀ ਕਿਤੇ ਬਾਹਰੋਂ ਪਾਣੀ ਪਾ ਕੇ ਅੰਦਰੋਂ ਬੋਰ ਤੋਂ ਪਾਣੀ ਨਿਕਲ ਆਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਨੰਦ ਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬੰਦਗੀ ਦੇ ਨਾਲ ਰੱਤੇ ਹੈ। ਜਿਹੜਾ ਵੀ ਦੀਦਾਰ ਕਰਦਾ ਉਹਨੂੰ ਗਿਆਨ ਆ ਜਾਂਦਾ ਹੈ, ਸੁਰਤ ਕੰਮ ਕਰਦੀ ਹੈ। ਕਹਿੰਦੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਬਣਾ ਲੈਂਦੇ ਹੈ ਉਹਨਾਂ ਨੂੰ ਗਿਆਨ ਦੀ ਕਮੀ ਨਹੀਂ ਰਹਿੰਦੀ, ਆਪਣੇ ਆਪ ਹੀ ਫੁੱਟਦਾ ਹੈ। ਸੁਲਤਾਨਪੁਰੇ ਮਹਿ ਪਾਕੇ ਤਿਕ ਮਾਨਵ ਗਿਆਨ ਸੰਪੰਨ ਪਏ ਸੁਖ ਪਾਈ। ਇਹਨੇ ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਕਈ ਮਹੀਨੇ ਬਤੀਤ ਕੀਤੇ ਤੇ ਸੁਖ ਪਾਇਆ। ਜੀ ਸਮਤਾ ਸਰਜੀ ਦਰਜੀ ਅਵਿਵੇਕ ਕੀ ਫੌਜ ਬਜਾਈ। ਕਹਿੰਦੇ ਮਹਾਰਾਜ ਨੇ ਉਸਤਤ ਨਿੰਦਿਆ ਛੱਡਤੀ ਹੈ, ਸਾਰਿਆਂ ਨੂੰ ਇੱਕੇ ਦ੍ਰਿਸ਼ਟੀ ਨਾਲ ਵੇਂਦੇ ਆ। ਤੇ ਜਿਹੜੀ ਅਗਿਆਨ ਦੀ ਸੈਨਾ ਸੀ ਨਾ ਮਾੜੇ ਕੰਮ ਦੀ, ਉਹ ਤਾਂ ਕਹਿੰਦੇ ਸੁਲਤਾਨਪੁਰ ਚੋਂ ਭੱਜ ਹੀ ਗਈ, ਕਿਉਂਕਿ ਬਾਬੇ ਦਾ ਉੱਥੇ ਤਪ, ਬਾਬੇ ਦਾ ਪ੍ਰਤਾਪ ਇੰਨਾ ਵੱਧ ਗਿਆ। ਕਿਉਂਕਿ ਆਲ ਆਊਟ ਲਾ ਦਿਓ ਤੇ ਮੱਛਰ ਭੱਜ ਜਾਂਦਾ। ਇਸੇ ਤਰ੍ਹਾਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਤਖਤ ਤੇ ਬਹਿਣ ਦੀ ਦੇਰ ਸੀ, ਝੂਠ ਨਿੰਦਿਆ ਚੁਗਲੀ ਧੋਖਾ ਸਾਰਾ ਕੁਝ ਭੱਜ ਗਿਆ ਹੈ। ਕਹਿੰਦੇ ਮਾਨੋ ਕਿ ਮਹਾਰਾਜ ਜੀ ਨੇ ਇਸ ਧਰਤੀ ਨੂੰ ਬਚਾ ਲਿਆ ਵੈਰੀਆਂ ਤੋਂ। ਇਸ ਕਰਕੇ ਤੁਸੀਂ ਇੱਥੇ 60 ਮਿੰਟ ਆਉਣੇ ਤੇ ਬਚੇ ਰਹੀਦਾ। ਚਲੋ ਹੋਰ ਨਹੀਂ ਕੋਈ ਤੇ ਉਹਨਾਂ ਚਿਰ ਚੁੱਪ ਤੇ ਰਹੀਦਾ ਹੀ ਆ। ਕੋਈ ਮਹਾਰਾਜ ਦੀ ਬਾਣੀ ਅੰਦਰ ਆਉਂਦੀ ਜਾਂਦੀ, ਇਹੋ ਸਮਾਂ ਘਰਿਓ ਪਤਾ ਨਹੀਂ ਕਿਹਦੀ ਨਿੰਦਿਆ ਕਰਨੀ, ਕਿਹਦੀਆਂ ਚੁਗਲੀਆਂ ਕਰਨੀਆਂ, ਕੀ ਕੀ ਆਉਣਾ। ਚਲੋ ਕਿਸੇ ਨੇ ਆਖਿਆ ਸੀ ਵੀ ਪੱਥਰ ਤੇ ਪੱਥਰ ਹੀ ਆ, ਪੱਥਰ ਪੱਥਰ ਹੀ ਆ, ਪਰ ਕਿਸੇ ਨੇ ਆਖਿਆ ਨਹੀਂ, ਜਿਹੜਾ ਪੱਥਰ ਪਾਣੀ 'ਚ ਡੁੱਬਾ ਹੈ ਤੇ ਜਿਹੜਾ ਬਾਹਰ ਪਿਆ ਉਹ 'ਚ ਫਰਕ ਹੈ। ਪੱਥਰ ਪੱਥਰ ਹੀ ਹੈ। ਉਹ ਕਹਿੰਦੇ ਫਰਕ ਕਿੱਦਾਂ, ਕਹਿੰਦੇ ਜਿਹੜਾ ਪੱਥਰ ਪਾਣੀ 'ਚ ਪਿਆ ਨਾ, ਇੱਕ ਤੇ ਘੱਟੇ ਮਿੱਟੀ ਤੋਂ ਬਚ ਜਾਂਦਾ, ਦੂਜਾ ਲੋਕਾਂ ਦੀਆਂ ਠੋਕਰਾਂ ਤੋਂ ਬਚ ਜਾਂਦਾ। ਜਿਹੜਾ ਪੱਥਰ ਸੜਕ ਤੇ ਆ, ਪਤਾ ਨਹੀਂ ਕਿੰਨਿਆਂ ਨੇ ਘੱਟਾ ਮਿੱਟੀ ਤੇ ਠੁੱਡ ਟਰਾਲੀਆਂ ਉੱਤੋਂ ਲੰਘਣੀਆਂ। ਇਹਦੇ ਅਰਥ ਇਹ ਆ ਵੀ ਹੈ ਆਪਾਂ ਪੱਥਰ ਹੀ ਆ, ਪਰ ਚਲੋ ਜਿੰਨਾ ਚਿਰ ਕਥਾ ਕੀਰਤਨ ਹੁੰਦਾ ਉਹਨਾਂ ਚਿਰ ਬਚੇ ਰਹਿੰਦੇ ਦੁਨੀਆ ਤੋਂ। ਉਹ ਸਮਾਂ ਸੋਹਣਾ ਲੰਘ ਜਾਂਦਾ, ਤੇ ਜੇ ਉਹ ਸਮਾਂ ਬਾਹਰ ਕਿਤੇ ਹੋ ਤੇ ਕਿਸੇ ਦੀ ਮੈਲ ਧੋਵਾਂਗੇ,
ਕੋਈ ਮਨ ਦੇ ਵਿੱਚ ਭੈੜੀਆਂ ਕੁਰੀਤੀਆਂ ਜਨਮ ਲੈਣਗੀਆਂ। ਅਵਡਿੰਪ ਪੜੇ ਪਰ ਚੰਦ ਪਏ ਤਿਨ ਕੰਡਨ ਕੋ ਮਨ ਲਾਲਸਿਆਈ। ਔਰ ਕਹਿੰਦੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਖੰਡ ਨੂੰ ਪ੍ਰਚੰਡ ਤੀਖਣ ਹੋ ਗਏ। ਭਾਵ ਗੁਰੂ ਸਾਹਿਬ ਦਾ ਪ੍ਰਤਾਪ ਵੱਧ ਗਿਆ ਹੈ, ਧਰਤੀ ਨੂੰ ਸਕੂਨ ਮਿਲਿਆ। ਲਾਵਨ ਗਿਆਨ ਤਰੋਵਰ ਕੋ ਬਰਬਾਦ ਭਲੀ ਔਰ ਬੀਜ ਵਿਚਾਰੀ। ਕਹਿੰਦੇ ਮਹਾਰਾਜ ਨੇ ਮਾਨੋ ਕਿ ਗਿਆਨ ਦਾ ਬੂਟਾ ਲਾਤਾ ਸੰਸਾਰ ਵਿੱਚ, ਕਿਉਂਕਿ ਜਿੰਨਾ ਚਿਰ ਸਾਧ ਸੰਗਤ ਸਾਨੂੰ ਗਿਆਨ ਨਹੀਂ ਉਹਨਾਂ ਚਿਰ ਅੰਨੇ ਹੀ ਆਪਾਂ। ਹੁਣ ਤਕਰੀਬਨ ਹੀ ਸਾਰੀ ਸੰਗਤ ਆਨੰਦਪੁਰ ਚੱਲੀ ਹੋਲੇ ਮਹੱਲੇ, ਤੇ ਲੈ ਕੋਈ ਰਾਹ 'ਚ ਪੁੱਛ ਲਿਆ ਆਪਾਂ ਨੂੰ ਪੱਤਰਕਾਰ ਵੀ ਹੋਲੇ ਮਹੱਲੇ ਦੇ ਅਰਥ ਕੀ ਆ, ਤੇ ਮੇਰੇ ਖਿਆਲ 'ਚ ਟਰਾਲੀ ਭਰੀ ਦੇ ਵਿੱਚੋਂ ਕੋਈ ਇੱਕ ਅੱਧਾ ਸੂਰਮਾ ਹੋਊ ਜਿਹੜਾ ਦੱਸ ਦੂ ਵੀ ਹੋਲੇ ਮਹੱਲੇ ਦੀ ਡੈਫੀਨੇਸ਼ਨ ਕੀ ਹੈ, ਇਹਦੇ ਅਰਥ ਕੀ। ਨਹੀਂ ਤੇ ਬਹੁਤਿਆਂ ਹੱਸ ਕੇ ਸਾਰ ਦੇਣਾ, ਕਹਿਣਾ ਬਾਬਾ ਜੀ ਚੱਲੇ ਆ ਜਾਈਦਾ ਹਰ ਸਾਲ, ਹੈ ਨਾ, ਪਰ ਹੋਲੇ ਮਹੱਲੇ ਦਾ ਅਰਥ ਨਹੀਂ ਪਤਾ ਕੀ ਹੈ। ਇਹਨੂੰ ਕਹਿੰਦੇ ਗਿਆਨ ਤੋਂ ਬਿਨਾਂ ਅੰਨਾ ਮਨੁੱਖ ਹੈ। ਤੋ ਇਸ ਕਰਕੇ ਸਾਡੇ ਵਿੱਚ ਜਿੰਨਾ ਚਿਰ ਗਿਆਨ ਨਹੀਂ ਆਉਂਦਾ ਉਹਨਾਂ ਚਿਰ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਕਿੱਦਾਂ ਮਿਲੂਗੀ। ਤੇ ਗਿਆਨ ਲੈਣ ਵਾਸਤੇ ਪੜ੍ਹਨਾ ਪੈਣਾ, ਬਹਿਣਾ ਪੈਣਾ, ਉਹ ਸਾਡੇ ਕੋਲ ਟਾਈਮ ਨਹੀਂ। ਅਸੀਂ ਤਾਂ ਸ਼ਾਪਿੰਗ ਕਰਨ ਵਾਲੇ ਆ, ਮੈਂ ਵੀ ਜਾਂਦਾ ਹੀ ਰਿਹਾ ਬੜੇ ਸਾਲ, ਤੇ ਹੁਣ ਵੀ ਸੰਗਤਾਂ ਜਾ ਰਹੀਆਂ, ਕੋਈ ਮਾਈਂਡ ਨਾ ਕਰਿਓ, ਪਰ ਸੱਚ ਹੈ ਅਸੀਂ ਜਾ ਰਹੇ ਪਰ ਸਾਨੂੰ ਪਤਾ ਨਹੀਂ ਹੋਲਾ ਮਹੱਲਾ ਕੀ ਆ, ਇਹਦੇ ਅਰਥ ਕੀ ਹੈ, ਇਹਦੇ ਵਿੱਚ ਕਿੰਨੀਆਂ ਕੁ ਬਖਸ਼ਿਸ਼ਾਂ ਵਾ। ਅਸੀਂ ਤਾਂ ਸਿਰਫ ਪਹਾੜਾਂ 'ਚ ਘੁੰਮਣ ਫਿਰਨ ਕਰਕੇ ਕਈ ਵਾਰ ਚੱਲ ਜਾਈਦਾ। ਕਾਰਨ ਸੱਚਾ, ਭਾਵੇਂ ਕੋਈ ਗੁੱਸਾ ਕਰੇ, ਕਿਉਂਕਿ ਸਾਨੂੰ ਇਤਿਹਾਸ ਨਹੀਂ ਜੇ ਪਤਾ। ਸਾਨੂੰ ਪਤਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਨੇ 14 ਜੰਗ ਕਿਉਂ ਲੜੇ, ਗੁਰੂ ਗੋਬਿੰਦ ਸਿੰਘ ਕੌਣ ਸੀ, ਉਹਨਾਂ ਦਾ ਜਨਮ ਕਿੰਨੇ ਸੰਨ 'ਚ ਹੋਇਆ, ਉਹਨਾਂ ਨੇ ਕਿਹੜੀ ਚੀਜ਼ ਕਿੱਥੇ ਦਿੱਤੀ, ਨਹੀਂ ਪਤਾ। ਬਿਲਕੁਲ ਹੀ ਹਨੇਰੇ 'ਚ ਤੁਰੇ ਫਿਰਦੇ ਆ, ਤੇ ਕੀ ਬਣੂ ਸਾਡੀ ਕੌਮ ਦਾ। ਵੀ ਸਾਨੂੰ ਜਿੰਨਾ ਚਿਰ ਗਿਆਨ ਨਹੀਂ, ਤੇ ਗਿਆਨ ਗੁਰੂ ਕੋਲੋਂ ਮਿਲਣਾ, ਤੇ ਗੁਰੂ ਕੋਲ ਬਹਿੰਦਾ ਕੌਣ ਆ ਦੱਸੋ। ਬੈਠੇ ਤੇ ਡੀਜੇ ਆ ਗਏ ਆ, ਪੈਲਸਾਂ 'ਚ ਨੱਚਣ ਦੇ, ਟਰੈਕਟਰਾਂ ਤੇ ਡੀਜੇ ਲਾਏ, ਤੇ ਗਿਆਨ ਕਿੱਥੋਂ ਲੱਭਦੇ ਆ। ਇਸ ਕਰਕੇ ਬਾਬੇ ਨਾਨਕ ਨੇ ਸੁਲਤਾਨਪੁਰ ਗਿਆਨ ਦਾ ਬੂਟਾ ਲਾਇਆ, ਤੇ ਜਿੰਨਾ ਚਿਰ ਬੰਦੇ ਕੋ ਗਿਆਨ ਨਹੀਂ ਹੈ ਉਹਨਾਂ ਚਿਰ ਗੁਰੂ ਨਹੀਂ ਮਿਲਦਾ। ਔਰ ਕਹਿੰਦੇ ਇਸ ਤਰ੍ਹਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਨਾ ਬੰਧੂ ਜੀ ਨੇ ਪ੍ਰੇਮ ਦਾ ਬੂਟਾ ਲਾਇਆ, ਜਿਹੜਾ ਮਨ ਨੀਵਾਂ ਕਰਨਾ ਧਰਤੀ ਹੈ, ਬੀਜਣਾ ਵਿੱਚ ਪ੍ਰੇਮ ਹੈ, ਤੇ ਨੇਮ ਨੂੰ ਵਧਾਉਣਾ ਹੈ। ਕਹਿੰਦੇ ਭਗਤੀ ਰੂਪੀ ਬ੍ਰਿਛ ਦਾ ਛਿਲਕਾ ਹੈ, ਮੁੱਢ ਦਇਆ ਹੈ, ਤੇ ਆਸੇ ਪਾਸੇ ਜਿਹੜੇ ਸਮਦ੍ਰਿਸ਼ਟੀ ਪੱਤੇ ਨੇ 4 ਚਫੇਰੇ, ਉਹ ਸਾਰਿਆਂ ਦੇ ਵਿੱਚ ਪਿਆਰ ਦੀ ਪਰਿਭਾਸ਼ਾ ਹੈ। ਔਰ ਕਹਿੰਦੇ ਹਨ ਕਿ ਪਵਿੱਤਰਤਾ ਦਾ ਖੇਤ ਹੈ, ਧੀਰਜ ਉਸ ਦੀ ਰਖਵਾਲੀ ਕਰ ਲਿਆ, ਸੱਚ ਪਾਣੀ ਹੈ। ਇਹ ਗੁਰੂ ਨਾਨਕ ਦੇ ਬੂਟੇ ਦੀ ਉਦਾਹਰਨ ਭਾਈ ਸਾਹਿਬ ਜੀ ਦੇ ਰਹੇ ਹਨ। ਔਰ ਇਸ ਤਰ੍ਹਾਂ ਕਹਿੰਦੇ ਮਹਾਰਾਜ ਦੀ ਕਿਰਪਾ ਹੋਈ, ਇਹ ਬੂਟਾ ਜਿਹੜਾ ਲਾਇਆ ਸੀ ਮਹਾਰਾਜ ਨੇ ਗਿਆਨ ਦਾ, ਜਵਾਨ ਹੋ ਰਿਹਾ ਹੈ। ਆਸੇ ਪਾਸੇ ਆਨੰਦ ਮਾਣ ਰਹੀਆਂ ਸੰਗਤਾਂ ਇਸ ਬੂਟੇ ਦਾ। ਰਸ ਪੂਰਨ ਹੈ ਸਕਿਆਤ ਅੰਮ੍ਰਿਤ, ਅੰਮ੍ਰਿਤ ਕੀ ਛਾਂ ਟਰੇ ਨਾ ਟਾਰੀ। ਕਹਿੰਦੇ ਇਸ ਬੂਟੇ ਥੱਲੇ ਜਿਹੜਾ ਬਹਿੰਦਾ ਉਹਨੂੰ ਮੌਤ ਰੂਪੀ ਧੁੱਪ ਨਹੀਂ ਲੱਗਦੀ, ਅੰਮ੍ਰਿਤ ਰੂਪੀ ਛਾਂ ਮਿਲਦੀ ਹੈ, ਭਾਵ ਢਲਦੀ ਨਹੀਂ, ਜਿਹੜੀ ਸਦਾ ਹੀ ਰਹਿੰਦੀ ਹੈ। ਇਸ ਕਰਕੇ ਬੂਟਾ ਕੋਈ ਆਮ ਨਹੀਂ ਹੈ, ਸਿੱਖੀ ਦਾ ਬੂਟਾ ਹੈ। ਕਹਿੰਦੇ ਮੋਹ ਰੂਪੀ ਪਸ਼ੂ ਜਿਹੜਾ ਹੈ ਇਸ ਬੂਟੇ ਨੂੰ ਖਾ ਨਹੀਂ ਸਕਦਾ। ਸਤ ਸੰਗਤ ਦੀ ਵਾੜ ਹੈ ਇਸ ਬੂਟੇ ਦੇ ਚਾਰੇ ਪਾਸੇ। ਸੰਤ ਸਦਾ ਤੇ ਸੇਵਤ ਪਰਦੇਵਤ ਔਰਨ ਕੋ ਉਪਕਾਰੀ। ਕਹਿੰਦੇ ਇਸ ਕਰਕੇ ਸੰਤ ਰੂਪੀ ਪੰਛੀ, ਆਖੋ ਸਤਨਾਮ। ਸਾਰੀਆਂ ਉਦਾਹਰਨਾਂ ਬੜੀਆਂ ਕੀਮਤੀ ਆ। ਕਹਿੰਦੇ ਇਸ ਬੂਟੇ ਤੇ ਬਹਿੰਦਾ ਕੌਣ ਹੈ? ਸੰਤ ਰੂਪੀ ਪੰਛੀ। ਜਾਣੀ ਇਸ ਵੇਲੇ ਬੂਟਾ ਤਖਤ ਗੁਰੂ ਸਾਹਿਬ ਦਾ। ਤੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਦਇਆ ਰਹਿਮਤ ਵਰਤਾਈ, ਇਹ ਬੂਟਾ ਹੈ ਸਿੱਖੀ ਦਾ। ਤੇ ਮਹਾਰਾਜ ਕਹਿੰਦੇ ਇਸ ਬੂਟੇ ਤੇ ਪੰਛੀ ਕੌਣ ਬਹਿੰਦੇ? ਰੱਬ ਦੇ ਸਵਾਰੇ ਹੋਏ। ਜਾਣੀ ਤੁਸੀਂ ਜਿੰਨੀਆਂ ਰੂਹਾਂ ਬੈਠੀਆਂ ਭਾਗਾਂ ਵਾਲੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੁਹਾਡੇ ਤੇ ਤਰਸ ਕੀਤਾ, ਕਿਉਂਕਿ ਇਸ ਬੂਟੇ ਤੇ ਹੋਰ ਪੰਛੀ ਨਹੀਂ ਬਹਿ ਸਕਦਾ।
ਇਹ ਬੂਟੇ ਤੇ ਉਹੀ ਪੰਛੀ ਬਹਿਣਗੇ ਜਿਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਹੈ, ਗੁਰੂ ਪ੍ਰਤੀ ਪਿਆਰ ਹੈ। ਦੋਹਰਾ ਸ੍ਰੀ ਚੰਦ ਤ੍ਰੈ ਬਰਖ ਕੀ ਅਵਰ ਅਧਿਕ ਖਟ ਮਾਸ। ਕਹਿੰਦੇ ਇਸ ਵੇਲੇ ਬਾਬਾ ਸ਼੍ਰੀ ਚੰਦ ਜੀ ਦੀ ਉਮਰ 3.5 ਸਾਲਾਂ ਦੀ ਹੋ ਗਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ 3.5 ਸਾਲਾਂ ਦੀ ਉਮਰ ਹੈ। ਸ੍ਰੀਮਾਨ ਸੰਤ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤਤ ਬੇਤੇ ਤਪਸਵੀ, ਜਿਨ੍ਹਾਂ ਵਰਗਾ ਕੋਈ ਤਪਸਵੀ ਨਹੀਂ ਹੋਇਆ। 6 ਮਹੀਨੇ ਦਾ ਚੌਂਕੜਾ, ਜੇ ਜੇਠ ਹਾੜ ਦੇ ਦਿਨ ਤੇ ਧੂਏ ਦੇ ਉੱਤੇ ਬਹਿਣਾ ਸੌਖਾ। ਪਿਆਰਿਓ ਏਸੀ 'ਚ ਬੈਠਿਆਂ ਘਬਰਾਹਟ ਹੁੰਦੀ, ਆਪਾਂ ਕਹਿ ਦਿੰਨੇ ਲੈ ਮਾਬੇ ਦੇ ਪੁੱਤਰਾਂ ਨੇ ਆਖੇ ਨਹੀਂ ਲੱਗੇ, ਉਹ ਤਾਂ ਫਿਰ ਵੀ ਬੜਾ ਤਪ ਕਰ ਗਏ, ਆਪਾਂ ਤੇ ਕੁਛ ਵੀ ਨਹੀਂ ਕੀਤਾ। ਆਪਾਂ ਤੇ ਏਸੀ ਵੀ ਲੱਗਾ ਹੋਵੇ, ਪੱਖਾ ਵੀ ਲੱਗਾ ਹੋਵੇ ਤੇ ਤਾਂ ਵੀ ਮਹਾਰਾਜ ਦੀ ਬਾਣੀ ਨਹੀਂ ਸੁਣ ਸਕਦੇ। ਜਾਂ ਨੀਂਦ ਆਊਗੀ ਜਾਂ ਸਰੀਰ ਦੁਹੂਗਾ ਤੇ ਜਾਂ ਉੱਠ ਕੇ ਚਲ ਜਾਵਾਂਗੇ। ਪਰ ਇਹ ਉਹ ਰੂਹਾਂ ਏ, ਜੇ ਬਰਫ਼ ਪੈਂਦੀ ਹੈ ਤੇ ਸਰੀਰ ਤੇ ਬਰਫ਼ ਜੰਮ ਗਈ। 6 ਮਹੀਨੇ ਸਰੀਰ ਨੀਲਾ ਹੋ ਗਿਆ, ਪਰ ਰੱਬ ਦੇ ਨਾਲ ਉਹ ਰਿਸ਼ਤਾ ਨਹੀਂ ਤੋੜਿਆ। ਫਿਰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਉਹ ਆਖੇ ਨਹੀਂ ਲੱਗੀ? ਆਖੇ ਤਾਂ ਆਪਾਂ ਨਹੀਂ ਲੱਗ ਸਕੇ, ਜੋ ਮਹਾਰਾਜ ਨੇ ਕਿਹਾ ਸੀ ਉਹ ਆਪਾਂ ਨਹੀਂ ਕਰ ਸਕੇ। ਆਪਾਂ ਇੰਨਾ ਵੀ ਆਪਣਾ ਗੁਰੂ ਆਪਾਂ ਨੂੰ ਬਖਸ਼ ਲੈਂਦਾ। ਬੜਾ ਡਾਢਾ ਹੈ, ਛੇਤੀ ਗੁੱਸੇ 'ਚ ਨਹੀਂ ਆਉਂਦਾ। ਪਰ ਇਸ ਕਰਕੇ ਸਾਧ ਸੰਗਤ ਜੀ, ਗੁਰੂ ਬਾਣੀ ਧੰਨ ਹੈ। ਤੁਸੀਂ ਸਾਰੇ ਸਿਆਣੇ ਬੈਠੇ ਪੜ੍ਹੇ ਲਿਖੇ, ਕਿਉਂਕਿ ਗੁਰੂ ਮਹਾਰਾਜ ਦਾ ਇੱਕ ਅੱਖਰ ਗਲਤ ਪੜ੍ਹਿਆ ਸੀ ਕਿਸੇ ਨੇ। ਕਹਿੰਦਾ ਕਰਤੇ ਕੀ ਮਿਤ ਕਰਤਾ ਜਾਣੈ, ਕੈ ਦੀ ਥਾਂ ਤੇ ਕੇ ਪੜ ਗਿਆ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਚਪੇੜ ਮਾਰੋ। ਜਦੋਂ ਚਪੇੜ ਮਾਰੀ ਤੇ ਇੱਥੇ ਐ ਪੰਜਾ ਛਪ ਗਿਆ ਤੇ ਰੋ ਪਿਆ ਸਿੱਖ। ਤੇ ਮਹਾਰਾਜ ਨੂੰ ਕਹਿੰਦਾ ਇੱਕ ਪਾਸੇ ਕਿਨੇ ਬਾਣੀ ਪੜ੍ਹੋ ਤੇ ਪੜ੍ਹੀਏ, ਚਪੇੜਾ ਮਾਰਦੇ। ਮਹਾਰਾਜ ਕਹਿੰਦੇ ਪੀੜ ਹੋਈ? ਕਹਿੰਦੇ ਮਹਾਰਾਜ ਮੇਰਾ ਕੰਨ ਟੀ ਟੀ ਕਰਨ ਦਿਆ। ਮਹਾਰਾਜ ਕਹਿੰਦੇ ਤੇਰੇ ਪੀੜ ਹੋਈ ਤੂੰ ਰੋਇਆ, ਗੁਰਬਾਣੀ ਸਾਡੇ ਅੰਗ ਹੈ। ਗੁਰਬਾਣੀ ਸਾਡੇ ਅੰਗ ਹੈ, ਇਹਦੀ ਭਾਵਨਾ ਮਹਾਰਾਜ ਕਹਿੰਦੇ ਜਿਨ ਪੈ ਬਾਣੀ ਅਦਬ ਨਾ ਧਾਰਾ, ਸੋ ਸਿੱਖ ਜਾਨੋ ਨਹੀਂ ਹਮਾਰਾ। ਤੇ ਜਿਨ੍ਹਾਂ ਲੋਕਾਂ ਨੇ ਹੱਥਾਂ 'ਚ ਫੜ ਕੇ ਗੁੜ ਕੇ ਸਹੁੰ ਖਾਧੀਆਂ, ਜਿਨ੍ਹਾਂ ਲੋਕਾਂ ਮਹਾਰਾਜ ਨੂੰ ਸਮਝਿਆ ਕੁਝ ਨਹੀਂ, ਤੇ ਫਿਰ ਉਹਨੇ ਦਿਖਾਤਾ ਨਾ ਜਲਵਾ। ਆਪਾਂ ਅੱਖਾਂ ਨਾਲ ਵੇਖ ਲਿਆ, ਭਾਵੇਂ ਕੋਈ ਗੁੱਸਾ ਗਿਲਾ ਕਰੇ, ਇਹ ਕਹਿੰਦਾ ਕੁਝ ਨਹੀਂ ਛੇਤੀ। ਕਈ ਵਾਰ ਨਾ ਕਈ ਕਹਿੰਦੇ ਲੈ ਰੁਮਾਲੇ ਲੱਗੇ ਆ, ਲੋਕੀ ਮੱਥਾ ਟੇਕਦੇ, ਇਹ 'ਚ ਕਿਹੜਾ ਸ਼ਕਤੀ ਆ? ਦਿਖਾਈ ਕਿ ਨਹੀਂ? ਫਿਰ ਜਿਨ੍ਹਾਂ ਲੋਕਾਂ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਕਦੇ ਵੀ ਬਾਜੀ ਲੱਗੂਗੀ, ਇਹ ਬੜਾ ਡਾਢਾ। ਇਹਦੇ ਰੰਗਾਂ ਤੋਂ ਡਰਨਾ ਚਾਹੀਦਾ। ਇਹਨੂੰ ਐਵੇਂ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰ ਝੁਕਾਤਾ ਆਪਣਾ, ਗੁਰੂ ਦਾ ਸਿਰ ਕਿਸੇ ਅੱਗੇ ਨਹੀਂ ਝੁਕਿਆ। 10 ਲੱਖ ਬੰਦੇ ਜ਼ੋਰ ਲਾਇਆ, ਪੁੱਤ ਸ਼ਹੀਦ ਕਰਤੇ, ਖਫਣ ਨਹੀਂ ਪੈਣ ਤਾਂ ਮਾਂ ਰੋਲਤੀ ਬਾਪੂ। ਕਿੰਨਾ ਧੱਕਾ ਲਾਇਆ ਗੁਰੂ ਗੋਬਿੰਦ ਸਿੰਘ ਨੂੰ ਡੇਗਣ ਲਈ, ਪਰ ਮਹਾਰਾਜ ਕਿਤੇ ਨਹੀਂ ਡਿੱਗੇ। ਇੱਕ ਥਾਂ ਤੇ ਜਾ ਕੇ ਡਿੱਗ ਪਏ, ਹਜ਼ੂਰ ਸਾਹਿਬ ਦੀ ਧਰਤੀ। 1708 ਨੂੰ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਢਹਿ ਪਏ ਗੁਰੂ ਗੋਬਿੰਦ ਸਿੰਘ, ਤੇ ਨਾਲ ਹੀ ਕਹਿ ਦਿੱਤਾ ਆਗਿਆ ਭਈ ਅਕਾਲ ਕੀ ਤਵੀ, ਸਭ ਸਿੱਖਣ ਕੋ ਹੁਕਮ ਹੈ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਓ, ਸਤਿਕਾਰ ਸਭ ਦਾ ਕਰਿਓ। ਕੋਈ ਪੀਰ ਪੈਗੰਬਰ ਦੇਵੀ ਦੇਵਤਾ ਸਭ ਦਾ ਸਤਿਕਾਰ ਕਰਿਓ, ਪਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਓ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ। ਬਾਬਾ ਸ਼੍ਰੀ ਚੰਦ ਜੀ ਮਹਾਰਾਜ 3.5 ਸਾਲਾਂ ਦੇ ਹੋ ਗਏ। ਕਹਿੰਦੇ ਇਧਰ ਮਾਤਾ ਸੁਲੱਖਣੀ ਦੀ ਕੁੱਖ ਦੇ ਵਿੱਚ ਦੂਜੇ ਬੱਚੇ ਦਾ ਪ੍ਰਵੇਸ਼ ਹੋਇਆ। ਧੰਨ ਧੰਨ ਬਾਬਾ ਲਖਮੀ ਦਾਸ ਜੀ, ਉਹਨਾਂ ਨੇ ਉਦਰ ਦੇ ਵਿੱਚ ਆਉਣਾ ਕੀਤਾ। ਕਹਿੰਦੇ ਇਸ ਵੇਲੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ? ਮੋਦੀ ਖਾਨਾ ਛੱਡ ਦਿੱਤਾ। ਭਾਵ ਮਹਾਰਾਜ ਸੱਚੇ ਪਾਤਸ਼ਾਹ ਦੀ ਹੁਣ ਤਿਆਰੀ ਹੋ ਜਾਣੀ ਹੈ। ਭਾਈ ਬਾਲਾ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰੂ ਲਈ ਸ਼ਰਧਾ ਹੈ, ਅਗਲੀ ਕਥਾ ਸ਼ੁਰੂ ਹੋਈ, ਸੁਣਨਾ ਕਰੋ। ਮਹਾਰਾਜ ਨੇ ਬੇਬੇ ਨੂੰ ਸਮਝਾਤਾ, ਬੇਬੇ ਹੁਣ ਗ੍ਰਸਤੀ ਜ਼ਿੰਮੇਵਾਰੀ ਤੇਰੇ ਹੱਥ। ਹੁਣ ਸਾਡਾ ਅਸਲੀ ਮਨੋਰਥ ਦਾ ਟਾਈਮ ਆ ਗਿਆ, ਜਿਹਦਾ ਕਰਕੇ ਅਸੀਂ ਦੁਨੀਆ ਤੇ ਆਏ ਹਾਂ।
ਹੁਣ ਅਸੀਂ ਉਹ ਕੰਮ ਕਰਨਾ ਹੈ, ਕਿਉਂਕਿ ਜਿਹੜੇ ਸਾਧੂ ਸੰਤ ਜਾਂ ਯੋਧੇ ਹੁੰਦੇ ਨਾ, ਇਹ ਦੁਨੀਆ ਤੇ ਆਉਂਦੇ ਆਪਣੇ ਵਾਂਗੂ ਹੀ ਹੈ, ਪਰ ਇਦਾਂ ਦਾ ਕੰਮ ਕਰ ਜਾਂਦੇ ਵੀ ਦੁਨੀਆ ਨੂੰ ਹਲੂਣਾ ਦੇ ਜਾਂਦੇ ਤੇ ਆਪ ਤੁਰ ਜਾਂਦੇ, ਸਾਨੂੰ ਪਿੱਛੋਂ ਰਵਾ ਜਾਂਦੇ ਆ, ਤੇ ਫੇਰ ਜਦੋਂ ਧਰਤੀ ਕੰਬਦੀ ਫੇਰ ਵਾਪਸ ਆ ਜਾਂਦੇ ਆ, ਫੇਰ ਹੁਲਾਰਾ ਦੇ ਜਾਂਦੇ, ਕਿਉਂਕਿ ਉਹਨਾਂ ਕੋਲ ਪੱਕੀ ਸਿਟੀਜ਼ਨ। ਮੈਂ ਕੱਲ ਵੀ ਕਥਾ 'ਚ ਕਿਹਾ ਸੀ ਵੀ PR ਸ਼ਬਦ ਹੈ ਪੱਕੇ ਹੋਣਾ, ਜਿੱਦਾਂ ਸਾਰੇ ਤਰਲੇ ਲੈਂਦੇ ਨਾ ਵੀ ਬਾਹਰ ਬੱਚੇ ਪੱਕੇ ਹੋਣ, ਆਉਣਾ ਜਾਣਾ ਬਣ ਜੇ, ਇਦਾਂ ਹੀ ਜਿਹੜਾ ਕਥਾ ਕੀਰਤਨ ਤੇ ਬਾਣੀ ਪੜ੍ਹਦਾ ਉਹਦੀ ਰੱਬ ਦੇ ਘਰ PR ਹੈ। ਉਹ ਫਿਰ ਜਦੋਂ ਜੀ ਕਰਦਾ ਰਾਤ ਨੂੰ ਕਹਿ ਦਿੰਦਾ ਸੰਗਤ ਜੀ ਕੱਲ ਨੂੰ ਅਸੀਂ ਚਲੇ ਜਾਣਾ। ਬਹੁਤੇ ਸਾਧੂ ਇਦਾਂ ਹੀ। ਬਾਬਾ ਪੂਰਨ ਸਿੰਘ ਜੀ ਭਰਵਾਂ ਨੇ ਮਾਗੀ ਸੀ ਤੇ ਮਹਾਂਪੁਰਖ ਲੱਕੜਾਂ ਇਕੱਠੀਆਂ ਸਿੰਘ ਲਗਾਏ ਤੇ ਬਾਬਾ ਜੀ ਗੱਡੀ 'ਚ ਉਤਰ ਕੇ ਲੱਕੜਾਂ ਇਕੱਠੀਆਂ ਕਰਨ। ਉਹ ਕਹਿੰਦੇ ਮਹਾਂਪੁਰਖੋ ਤੁਸੀਂ ਬਿਰਧ ਆ, ਤੁਸੀਂ ਕਿੱਧਰ ਤੁਰੇ ਫਿਰਦੇ ਆ, ਜਾਓ ਗੱਡੀ 'ਚ ਬਾਓ। ਬਾਬਾ ਜੀ ਕਹਿੰਦੇ ਤੁਸੀਂ ਲੰਗਰ ਵਾਲੀਆਂ ਕਰੋ ਇਕੱਠੀਆਂ ਤੇ ਮੈਂ ਵੀ ਆਪਣੀਆਂ ਕਰਨੀਆਂ। ਉਹ ਕਿਸੇ ਨੂੰ ਸਮਝ ਨਾ ਆਈ ਤੇ ਬਾਬਾ ਜੀ ਵੀ ਇੰਨੀ ਪੰਡ ਬੰਨ ਲਈ, ਕਹਿੰਦੇ ਸਾਡੇ ਵਾਲੀਆਂ ਵੱਖਰੀਆਂ ਰੱਖ ਦਿਓ। ਹੁਣ ਸੰਤ ਸਾਧੂ ਸੀ, ਕਿਸੇ ਨੇ ਨਹੀਂ ਜਵਾਬ ਦਿੱਤਾ ਤੇ ਸਾਰੀ ਗੱਡੀ ਲੱਦ ਕੇ ਉਹਨਾਂ ਵਾਲੀ ਪੰਡ ਪਿੱਛੇ ਰੱਖ ਲਈ। ਕਹਿੰਦੇ ਬਾਬਾ ਜੀ ਵਿੱਚ ਨਾ ਰਲਾ ਦਈਏ, ਕਹਿੰਦੇ ਨਹੀਂ ਇਹ ਸਾਡੀ ਆ। ਤੇ ਸਾਰੇ ਹੱਸਣ ਵੀ ਮਹਾਂਪੁਰਖ ਚੋਜ ਕਰਦੇ। ਪਤਾ ਲੱਗਾ ਵੀ ਸਵੇਰੇ 4 ਵਜੇ ਮਹਾਂਪੁਰਖ ਕਾਲ ਚਲਾਣਾ ਕਰੇ। ਇਹਨੂੰ ਕਹਿੰਦੇ ਜਨਮ ਮਰਨ ਦੋਹੂ ਮੈਂ ਨਹੀਂ। ਜਿਹਨੂੰ ਰੱਬ ਦੇ ਘਰ ਦੀ PR ਮਿਲ ਗਈ ਉਹ ਫਿਰ ਜਦੋਂ ਜੀ ਕਰਦਾ ਆ ਜਾਂਦੇ ਆ, ਜਦੋਂ ਫਿਰ ਉਹਨਾਂ ਦਾ ਨਹੀਂ ਦਿਲ ਲੱਗਦਾ ਇੱਥੇ ਫਿਰ ਉਹ ਕਹਿੰਦੇ ਬਾਪੂ ਚੱਲ ਚੱਲੀਏ। ਇਹੀ ਚੀਜ਼ ਨੂੰ ਮਹਾਰਾਜ ਕਹਿੰਦੇ ਸੁਰ ਨਰ ਮੁਣ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਸਾਨੂੰ ਦੁਨਿਆਵੀ ਲੋਕਾਂ ਨੂੰ ਨਹੀਂ ਸਮਝ ਆਈ। ਆਪਾਂ ਸਾਰੇ ਗਰੀਬ ਗੁਰਬੇ ਆਪਦੀਆਂ ਲੋੜਾਂ ਕਰਕੇ ਮਹਾਰਾਜ ਆ ਵੀ ਦੇ ਦੇ, ਆ ਵੀ ਦੇ ਦੇ। ਮਹਾਰਾਜ ਕਹਿੰਦੇ ਕਮਲਿਆ ਮੈਂ ਸਭ ਕੁਝ ਦੇ ਦੇਣਾ ਪਰ ਤੇਰੀ PR ਨਹੀਂ ਹੋਣੀ। ਤੂੰ ਧੰਦਾ ਕਰਦਾ ਹੀ, ਧੰਦਾ ਕਰਤਾ ਰਹਿ ਗਿਆ, ਭਾਈ ਰਹਿਆ ਨਾ ਬੰਬ। ਕਹਿੰਦੇ ਫਿਰ ਤੇਰਾ ਕੋਈ ਵੀ ਨਹੀਂ ਬਣਨਾ। ਇਸ ਕਰਕੇ ਸਾਰੀ ਜ਼ਿੰਦਗੀ ਧੰਦਾ ਨਾ ਕਰੀ ਜਾਈ, ਕਿਤੇ ਬੰਦਗੀ ਵੀ ਕਰ ਲਿਆ ਕਰ, ਕਿਤੇ ਸੰਗਤ ਦੀ ਸੇਵਾ ਕਰਿਆ ਕਰ। ਸੋ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਵਰਤਾਈ ਹੈ, ਦਇਆ ਕੀਤੀ ਹੈ ਸਾਡੇ ਸਤਿਕਾਰਯੋਗ ਮਾਤਾ ਹਰਬੰਸ ਕੌਰ ਜੀ, ਜਿਨ੍ਹਾਂ ਨੂੰ ਸਤਿਗੁਰੂ ਨੇ ਸੁੰਦਰ ਗੱਡੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨੇ, ਪਰਿਵਾਰ ਸੇਵਾ ਕਰਦਾ ਹੀ ਰਹਿੰਦਾ। ਆਪਣਾ ਦਸਵੰਧ ਮਹਾਰਾਜ ਦੇ ਘਰ ਜਿੰਨੀ ਜੋਗੇ ਸਤਿਗੁਰੂ ਵੱਡੀ ਉਮਰ ਕਰਨ, ਝੋਲੀਆਂ ਭਰਨ। ਜੀ ਆਇਆਂ ਆਪ ਸਾਰੀ ਸੰਗਤ ਬੜੀ ਭਾਵਨਾ ਨਾਲ ਜੁੜਦੇ ਹੋ ਭਾਈ। ਇਹ ਤੁਹਾਡਾ ਬੈਠਾ ਬਿਰਥਾ ਨਹੀਂ ਜਾਣਾ, ਕਿਉਂਕਿ ਟਾਈਮ ਤੇ ਕਿਸੇ ਕੋਲ ਨਹੀਂ, ਟਾਈਮ ਕੱਢਣਾ ਪੈਂਦਾ। ਪਰ ਜਿਹੜਾ ਗੁਰੂ ਕੋਲ ਟਾਈਮ ਗੁਜ਼ਰ ਗਿਆ ਇਹਦੇ ਨਾਲ ਦਾ ਕੋਈ ਸਮਾਂ ਨਹੀਂ। ਇਹ ਸਮਾਂ ਨਹੀਂ ਜੇ ਲੱਭਣਾ, ਇਹਦੀ ਕਦਰ ਕਰੋ। ਵਾਹਿਗੁਰੂ 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 ਜਪਿਓ ਜਿਨ ਅਰਜਨ ਦੇਵ
संकट जोन गर्भ न आयो। फिर संकट जोन गर्भ न आयो। फिर संकट जोन गर्भ न आयो। जपियो जिन हरिजन देव गुरु, जपियो जिन हरिजन देव गुरु। जपियो जिन हरिजन देव गुरु। जपियो जिन हरिजन देव गुरु। ਸਾਧ ਸੰਗਤ ਜੀ, ਕਥਾ ਦਾ ਸਮਾਂ ਜਿਹੜਾ ਹੈ 5 ਤੋਂ 6 ਹੈ। ਆਪ ਸੰਗਤਾਂ ਨੋਟ ਕਰ ਲੈਣਾ, ਦਿਨਾਂ ਦਾ ਫਰਕ ਪੈ ਗਿਆ ਹੈ। ਰਾਗੀ ਜਥੇ ਨੂੰ ਬੇਨਤੀ, 6:45 ਵਜੇ ਸੋਦਰ ਦੀ ਚੌਂਕੀ ਲੱਗੇਗੀ। ਅੱਜ ਤੋਂ ਹੀ ਸਮਾਂ ਚੇਂਜ ਹੈ। ਬੇਨਤੀ ਨੂੰ ਪ੍ਰਵਾਨ ਕਰਨਾ। 5 ਤੋਂ 6 ਕਥਾ, 6:45 ਵਜੇ ਸੋਦਰ ਦੀ ਚੌਂਕੀ ਲੱਗੇਗੀ ਜੀ। ਵਾਹਿਗੁਰੂ ਜੀ ਕਾ ਬੜੇ ਸੋਨਿਆ। ਵਾਹਿਗੁਰੂ ਜੀ ਕਾ